Welcome to my channel Teddy King Pigeon. Subscribe now. ਬਹੁਤ ਜ਼ਿਆਦਾ ਆਏ ਨੇ ਕਿ ਬਾਬਾ ਜੀ ਜਿਹੜੇ ਤੁਸੀਂ ਪੁਆਇੰਟ ਮੈਂ ਬੜੀ ਦੇਰ ਦੱਸਦੇ ਆ ਦੇਖੋ ਉਸਤਾਦ ਜੀ ਉਹ ਪੁਆਇੰਟ ਕਿਹੜਾ ਹੈ ਬਿਲਕੁਲ ਜੇ ਉਹ ਤੁਹਾਨੂੰ ਨਹੀਂ ਦੱਸ ਸਕਦੇ ਵੀ ਆਏ ਨੇ ਕਿ ਮਾਦੀ ਉਸਤਾਦ ਜੀ ਤੋਂ ਪੁਆਇੰਟ ਜ਼ਿਆਦਾ ਹੈ ਤੇ ਬਿਲਕੁਲ ਸਹੀ ਹੈ। ਪੁਆਇੰਟ ਤੇ ਉਹ ਹੀ ਨੇ ਕਬੂਤਰ ਵਿੱਚ ਯਾਨੀ ਕਿ 100 ਤੱਕ ਉਸਤਾਦ ਜੀ ਫਿਰ ਤੁਸੀਂ ਕਬੂਤਰਬਾਜ਼ੀ ਕਿਸ ਤਰ੍ਹਾਂ ਕਰ ਲਈ ਜੇ ਤੁਸੀਂ ਦੱਸ ਹੀ ਨਹੀਂ ਰਹੇ ਤੁਹਾਨੂੰ ਪਤਾ ਹੀ ਕੋਈ ਨਹੀਂ ਹੈ। बिस्मिल्लाहिर्रहमानिर्रहीम अस्सलाम वालेकुम दोस्तों, मैं आपका दोस्त जमील टैडी किंग पिजन यूट्यूब चैनल को सब्सक्राइब कीजिएगा, लाइक कीजिएगा और अपने दोस्तों में शेयर कीजिएगा। दोस्तों, आज हम बाबा जुल्फी साहब की खिदमत में हाज़िर हुए हैं। बहुत सारे दोस्तों ने अच्छे कमेंट भी दिए और बहुत सारे दोस्तों ने कुछ डिफरेंट कमेंट किए जिनको कमेंट को पढ़ के बड़ा अफसोस हुआ कि ऐसे लोग भी ज़हन के मालिक हैं कि ऐसे कमेंट करते हैं। सीखना सिखाना तो ऐसा लगा ही रहता है कि अगर आपने किसी से कुछ सीखना है तो आपको उसके पास जाना पड़ता है। और बाबा जुल्फी साहब भी और उनका नंबर भी हम स्क्रीन पे चलाते रहते हैं। और अगर कुछ भाइयों को कोई मसले दरपेश आ रहे हैं तो वो बाबा जुल्फी साहब से रब्ता करके उनसे डायरेक्ट बातचीत कर सकते हैं। किसी चीज़ की ना समझ आए तो वो उनसे पूछ भी सकते हैं, लेकिन गलत कमेंट ना किया करें, ये आपकी मेहरबानी। और इसी तरह अपना प्यार हमारे चैनल के साथ रखें और हमारी वीडियोस को देखते रहें करें। और बहुत सारी बातें होती हैं जो आपको पूरी कंप्लीट वीडियो देखने से पता चलता है, समझ आती है। कुछ लोग आधी अधूरी वीडियो देखते हैं और वीडियो देख के उसे स्किप कर देते हैं और फिर बाद में नीचे कमेंट कर देते हैं कि बाबा जुल्फी साहब ने तो टाइम ही ज़ाया करना है और कुछ नहीं करना। तो इसके मतलब आए बाबा जुल्फी साहब से आपकी मुलाकात भी करवाते हैं और इसी टॉपिक पे आज जो है उनसे सवालात भी करें। अस्सलाम वालेकुम बाबा जी। वालेकुम अस्सलाम। बाबा जी की हाल है? ठीक ठाक? अल्हम्दुलिल्लाह बिल्कुल ठीक ठाक। और कैसे तबीयत बुजुर्गां दियां? ठीक ठाक अल्हम्दुलिल्लाह। ਤੁਹਾਡੀਆਂ ਦੁਆਵਾਂ ਨੇ ਬੇਟੇ। ਬਜ਼ੁਰਗੋ, ਅੱਜ ਅਸੀਂ ਤੁਹਾਡੀ ਖਿਦਮਤ 'ਚ ਹਾਜ਼ਰ ਹੋਏ ਹਾਂ। ਸਾਡੇ ਦੋਸਤਾਂ ਨੇ ਸਾਨੂੰ ਮਜਬੂਰ ਕੀਤਾ ਹੈ ਜੀ ਜੀ ਕਿ ਉਹਨਾਂ ਦੇ ਮੈਂ ਕਮੈਂਟ ਪੜ੍ਹੇ। ਕੁਝ ਦੋਸਤਾਂ ਨੇ ਬੜੇ ਅੱਛੇ ਕਮੈਂਟ ਕੀਤੇ ਨੇ। हाँ जी ਕੁਝ ਦੋਸਤ ਜਿਹੜੇ ਨੇ ਨਾ ਉਹ ਕਮੈਂਟ ਕਰਦੇ ਨੇ ਕਿ ਜੀ ਬਾਬਾ ਜੀ ਨੇ ਤਾਂ ਸਾਡਾ ਟਾਈਮ ਹੀ ਜ਼ਾਇਆ ਕਰਨਾ ਹੈ। जी जी ਤੇ ਦੂਸਰਾ ਜਿਹੜਾ ਨਾ ਕਿ ਦੱਸਦੇ ਕੁਝ ਵੀ ਨਹੀਂ। हाँ जी ਤੇ ਇਹਦੇ ਬਾਰੇ 'ਚ ਥੋੜੀ ਜਿਹੀ ਡਿਟੇਲ ਦੱਸੋ। ਫਿਰ ਮੈਂ ਤੁਹਾਡੇ ਕੋਲ ਇੱਕ ਹੋਰ ਸਵਾਲ ਵੀ ਹੈ, ਜਿਹੜੇ ਦੋਸਤਾਂ ਨੇ ਕਮੈਂਟ ਕੀਤੇ ਨੇ ਉਹ ਵੀ ਤੁਹਾਡੇ ਕੋਲ ਪੁੱਛਾਂਗੇ। ਪਹਿਲੇ ਸਾਨੂੰ ਇਹ ਸਵਾਲ ਦਾ ਜਵਾਬ ਦਿਓ, ਸਾਡੇ ਜਿਹੜੇ YouTube ਚੈਨਲ ਵੇਖਣ ਵਾਲੇ ਨੇ ਉਹ ਵਿਊਵਰਸ ਨੂੰ ਇਹ ਜਵਾਬ ਦਿਓ ਕਿ ਉਹ ਕਹਿੰਦੇ ਨੇ ਕਿ ਜੀ ਟਾਈਮ ਜ਼ਾਇਆ ਕਰਦੇ ਨੇ, ਸਾਨੂੰ ਦੱਸਣਾ ਇਹਨਾਂ ਨੇ ਕੁਝ ਨਹੀਂ। हाँ जी ਉਹ ਤੇ ਤੁਸੀਂ ਗੱਲ ਬੜੀ ਅੱਛੀ ਕੀਤੀ ਹੈ। ਬੜੇ ਬਹੁਤ ਜ਼ਿਆਦਾ ਬੇਹੱਦ ਹੀ ਬੰਦਿਆਂ ਦੇ ਮਨ ਫੋਨ ਆਏ ਨੇ ਕਾਫੀ ਬਹੁਤ ਜ਼ਿਆਦਾ ਆਏ ਨੇ ਕਿ ਬਾਬਾ ਜੀ ਜਿਹੜੇ ਤੁਸੀਂ ਪੁਆਇੰਟ ਮੈਂ ਬੜੀ ਦੇਰ ਦੱਸਦੇ ਆ। ਹਾਂ ਕਾਫੀ ਪੁਆਇੰਟ ਮੈਂ ਦੱਸੇ ਨੇ, ਐਸੇ ਵੀ ਪੁਆਇੰਟ ਦੱਸੇ ਨੇ ਉਹਨਾਂ ਤੇ ਉਹਨਾਂ ਜੋੜੇ ਲਾਏ ਨੇ। ਇਹ ਮੇਰਾ ਅੱਲਾ ਜਾਣਦਾ, ਸੁਣ ਰਹੇ ਨੇ ਬੰਦੇ ਵੀ ਸੁਣ ਰਹੇ ਤੇ ਅੱਲਾ ਨੂੰ ਪਤਾ ਹੈ ਗੱਲ ਦਾ। ਬਿਲਕੁਲ ਉਹਨਾਂ ਨੇ ਕਿਹਾ ਜੀ ਤੁਹਾਡੇ ਅਸੀਂ ਪੁਆਇੰਟ ਦੇ ਜੋੜੇ ਲਾਏ ਨੇ ਤੇ ਅਸੀਂ ਕਾਮਯਾਬ ਹਾਂ ਤਾਂ ਅਸੀਂ ਬੜੇ ਖੁਸ਼ ਹਾਂ। ਹਾਂ ਸਹੀ ਹੈ। ਤੇ ਕਈਆਂ ਦੀ ਆਪਣਾ ਕਈ ਬੰਦੇ ਕਲਾਸ ਹੋਵੇ ਨਾ ਹਾਂਜੀ ਉਹਦੇ ਵਿੱਚ ਜੇ ਬੰਦਾ 95% 95 ਜਿਹੜੇ ਨੇ ਨਾ ਪਾਸ ਹੋ ਜਾਂਦੇ, 5 ਫੇਲ ਵੀ ਹੋ ਜਾਂਦੇ। ਹਾਂਜੀ ਉਹਨਾਂ ਦਾ ਬਿਲਕੁਲ ਦਿਮਾਗ ਨਹੀਂ ਹੈ ਕਿ ਉਹ ਬੇਟੇ ਤੁਸੀਂ ਮੇਰੇ ਕੋਲ ਆਓ, ਬੈਠੋ, ਮੈਂ ਫੜ ਕੇ ਕਬੂਤਰ ਤੁਹਾਨੂੰ ਸਮਝਾਵਾਂ। ਹਾਂ ਬਿਲਕੁਲ ਗੱਲਾਂ ਬੜੀਆਂ ਕੀਤੀਆਂ ਨੇ ਮੈਂ, ਲੇਕਿਨ ਮੈਂ ਹੁਣ ਜਿਹੜੀ ਗੱਲਾਂ ਕਰ ਵੀ ਰਿਹਾ ਤੇ ਉਹ ਤੁਹਾਡੇ ਉਸਤਾਦ ਨੇ, ਤੁਸੀਂ ਉਸਤਾਦ ਨੇ, ਦੋਸਤ ਨੇ, ਨਹੀਂ ਵੀ ਉਸਤਾਦ ਤੁਹਾਡੇ ਉਸਤਾਦ ਨਹੀਂ ਵੀ ਉਸਤਾਦ ਜਿਹੜੇ ਨੇ ਉਹਨਾਂ ਕੋਲ ਤੁਸੀਂ ਇਹ ਪੁੱਛ ਲਓ ਕਿ ਮਾਦੀ ਦਾ ਇੱਕ ਪੁਆਇੰਟ ਜ਼ਿਆਦਾ ਅੱਛਾ ਹੈ ਤੇ ਪੂਰੇ ਸਾਰੇ ਉਸਤਾਦ ਹੀ ਕਹਿੰਦੇ ਨੇ। ਤੇ ਫਿਰ ਮੈਂ ਤੁਹਾਨੂੰ ਕਹਿ ਰਿਹਾ, ਬਾਰ-ਬਾਰ ਕਹਿ ਰਿਹਾ, ਉਹਨਾਂ ਕੋਲ ਫੋਨ ਤੁਹਾਡੇ ਕੋਲ ਸਾਰਿਆਂ ਦੇ ਨੰਬਰ ਨੇ, ਜਿਹੜੇ ਸ਼ਾਗਿਰਦ ਨੇ ਤੇ ਜਿਹੜੇ ਨਹੀਂ ਵੀ ਸ਼ਾਗਿਰਦ ਉਹਨਾਂ ਕੋਲ ਪੁੱਛ ਲਓ ਕਿ ਉਸਤਾਦ ਜੀ ਉਹ ਪੁਆਇੰਟ ਕਿਹੜਾ ਹੈ। ਹਾਂ ਬਿਲਕੁਲ ਜੇ ਉਹ ਤੁਹਾਨੂੰ ਨਹੀਂ ਦੱਸ ਸਕਦੇ, ਮੇਰਾ ਤੇ ਬੇਟੇ ਗੱਲ ਆਵੇ ਕਿ ਮੈਂ ਸੱਚ ਗੱਲ ਕਰ ਰਿਹਾ, ਵਿੱਚੋਂ ਮੈਂ ਗੱਲਾਂ ਕਾਫੀ ਕਰਦਾ ਤੇ ਜੋੜੇ ਲੱਗ ਜਾਂਦੇ ਨੇ ਬੇਟੇ। ਜੇ ਜਿਹਨੇ ਸਿੱਖਣਾ ਹੈ ਨਾ ਤੇ ਉਹ ਮੇਰਾ ਫੋਨ ਨੰਬਰ ਚੱਲ ਰਿਹਾ। ਹਾਂ ਬਿਲਕੁਲ ਬਹੁਤ ਜ਼ਿਆਦਾ ਬੰਦੇ ਰੋਜ਼ਾਨਾ ਹੀ ਆਉਂਦੇ ਨੇ ਜੋੜੇ ਲਵਾਉਣ ਵੀ ਘਰ 'ਚ ਰੋਜ਼ਾਨਾ ਆਉਂਦੇ ਨੇ ਮੇਰੇ ਕੋਲ, ਰੋਜ਼ਾਨਾ ਕਬੂਤਰ ਦੇ ਬਾਰੇ ਪੁੱਛਦੇ ਨੇ। ਮੇਰੇ ਮਹੱਲੇ ਦੇ ਵੀ ਬੰਦੇ ਆਉਂਦੇ ਨੇ, ਦੋਸਤ ਯਾਰ ਵੀ ਆਉਂਦੇ ਨੇ, ਕਬੂਤਰ ਬੰਦੇ ਬਾਹਰ ਦੇ ਸ਼ਹਿਰ
ਇਸਲਾਮਾਬਾਦ ਤੱਕ ਕਬੂਤਰ ਡੱਬਿਆਂ 'ਚ ਪਾ ਕੇ ਲਿਆਂਦੇ ਨੇ, ਮੇਰੇ ਕੋਲ ਜੋੜੇ ਲਵਾਉਂਦੇ ਨੇ। ਡੇਲੀ ਮੈਂ ਜੋੜੇ ਲਾਉਂਦਾ ਤੇ ਡੇਲੀ ਕਬੂਤਰ ਵੀ ਲੈ ਕੇ ਜਾਂਦੇ ਨੇ। ਜਿਹਦੀ ਮਾਦੀ ਕੰਮ ਹੋ ਗਈ ਜਾਂ ਜੋੜੇ ਲੈਣੇ ਹੋਣ ਤੇ ਜਾਂ ਇਹ ਰੋਜ਼ਾਨਾ ਦਾ ਕੰਮ ਹੈ, ਇੱਕ ਦਿਨ ਨਾਗਾ ਨਹੀਂ। ਤੇ ਤੁਸੀਂ ਆਓ, ਵੈਲਕਮ। ਮੈਂ ਤੁਹਾਨੂੰ ਸਮਝਾਵਾਂ, ਜਿਸ ਨੇ ਸਿੱਖਣਾ ਹੈ ਨਾ, ਜਿਹੜਾ ਪਿਆਸਾ ਹੈ ਨਾ ਖੂਹੇ ਕੋਲ ਹੀ ਜਾਂਦਾ ਹੈ। ਬਿਲਕੁਲ ਬਿਲਕੁਲ। ਪਾਣੀ ਨੇ ਖੁਦ ਤੁਹਾਡੇ ਕੋਲ ਚੱਲ ਕੇ ਨਹੀਂ ਆਣਾ। ਪਿਆਸ ਤੁਸੀਂ ਜਾਣਾ ਖੂਹ ਦੇ ਕੋਲ, ਖੁਦ ਹੀ ਜਾਣਾ ਹੈ ਪਾਣੀ ਪੀਣ। ਪਿਆਸਾ ਜਿਹੜਾ ਉਹ ਤੇ ਤੁਸੀਂ, ਇਹ ਤੇ ਬੜੀ ਆਸਾਨ ਗੱਲ ਹੈ ਬੇਟੇ। ਤੁਸੀਂ ਫੋਨ ਕਰੋ, ਉਸਤਾਦਾਂ ਕੋਲ ਵੀ ਪੁੱਛੋ। ਠੀਕ ਹੈ, ਉਸਤਾਦ ਜੀ ਜਿਹੜੇ ਸ਼ਾਗਿਰਦ ਨੇ ਤੁਸੀਂ ਉਹਨਾਂ ਕੋਲ ਕਰੋ ਨਾ ਗੱਲਬਾਤ। ਬਾਕੀ ਫੋਨ ਬੜੇ ਆਏ ਨੇ ਉਹਨਾਂ ਦੇ। ਫਿਰ ਫੋਨ ਇਹ ਵੀ ਆਏ ਨੇ ਕਿ ਮਾਦੀ ਉਸਤਾਦ ਜੀ ਤੋਂ ਪੁਆਇੰਟ ਜ਼ਿਆਦਾ ਹੈ ਤੇ ਅਗਰ ਨਰ ਹੋਣਾ ਚਾਹੀਦਾ ਹੈ ਤੇ ਨਰ ਜ਼ਿਆਦਾ ਹੋਏ। ਨਹੀਂ, ਮਾਦੀ ਦਾ ਪੁਆਇੰਟ 1 2 ਨਹੀਂ, 3 ਵੀ 4 ਵੀ ਮਾਦੀ ਉੱਤੇ ਹੀ ਹੋਣੀ ਚਾਹੀਦੀ ਹੈ। ਲੇਕਿਨ ਕਬੂਤਰ ਜਿਹੜੇ ਅਸਲ ਨੇ, ਕਬੂਤਰ 90 ਦੇ ਉੱਤੇ ਹੋਣੇ ਚਾਹੀਦੇ ਨੇ। ਬਿਲकुल, ਕਬੂਤਰ 90 ਦੇ ਉੱਤੇ ਹੋਣੇ ਚਾਹੀਦੇ ਨੇ ਜੋੜੇ। ਲੇਕਿਨ ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਕਿ ਕਬੂਤਰਬਾਜ਼ ਦੀ ਬੜੀ ਫਾਸਟ ਹੋ ਗਈ ਹੈ। ਇਹ ਜਿਹੜੇ ਕਬੂਤਰ ਨੇ 95 ਦੇ ਉੱਤੇ ਜਿਹੜੇ ਲੱਗਣੇ ਨੇ, ਤੇ ਜਿਹੜੇ ਉਹ ਬੇਹੱਦ ਕੰਮ ਹੈ ਬੇਟੇ। ਕਬੂਤਰ ਇਹ ਹੀ ਨੇ ਦੁਨੀਆ ਕੋਲ, ਕੋਈ ਉਹ ਨਾ ਕੋਈ ਹੀਰੇ ਤੇ ਸੋਨੇ ਦੇ ਕੋਈ ਲੁਕਮੇ ਨਹੀਂ ਦਿੰਦੇ ਉਹਨਾਂ ਨੂੰ। बिल्कुल सही है। ਪੁਆਇੰਟ ਤੇ ਉਹੀ ਨੇ ਕਬੂਤਰ ਵਿੱਚ, ਯਾਨੀ ਕਿ 100 ਤੱਕ। ਅਸੀਂ ਜਿਹੜੇ ਬਣਾਣੇ ਨੇ 99 100, ਉਹੀ ਨੇ ਪੁਆਇੰਟ। ਕਬੂਤਰ ਉਹੀ ਨੇ। ਉਹੀ ਜਿਹੜਾ ਕਬੂਤਰ 6 ਲੱਖ ਰੁਪਏ ਦਾ, 11 ਲੱਖ ਰੁਪਏ ਦਾ ਕਬੂਤਰ ਹੈ, ਤੇ ਉਹੀ ਕਬੂਤਰ ਜਿਹੜਾ ਸਾਡੇ ਕੋਲ ਉਹ ਕੰਮ ਪੈਸਿਆਂ ਦਾ, ਯਾਨੀ ਕਿ 15,000 10,000 ਦਾ ਅਸੀਂ ਦੇ ਦਿੰਦੇ ਹਾਂ। 30,000 ਰੁਪਏ ਦਾ ਜੋੜਾ। ਕੋਈ ਬੰਦੇ ਬਹੁਤ ਵੀ ਹੁੰਦੇ ਨੇ ਥੱਲੇ, ਉਹਨਾਂ 20 ਦਾ ਵੀ ਨਹੀਂ ਦੇਈਦਾ, ਗਰੀਬ ਆਦਮੀ ਹੁੰਦੇ ਨੇ। ਤੇ ਉਹ ਕਬੂਤਰ ਤੇ ਉਹੀ ਹੁੰਦੇ ਨੇ। ਤੇ ਪ੍ਰਵਾਜ਼ ਉਹਨਾਂ ਇਹ ਨਹੀਂ ਕਰਨੀ ਕਿ ਉਹਨਾਂ ਹੀਰੇ ਖਾਦੇ ਨੇ ਤੇ ਸੋਨਾ ਖਾਦਾ ਆ। ਉਹਨਾਂ ਉਸ ਤਰ੍ਹਾਂ ਹੀ ਛਾਲਾਂ ਮਾਰਨੀ ਨੇ, ਉਸ ਤਰ੍ਹਾਂ ਹੀ ਬੱਚੇ ਉੱਡਣੇ ਨੇ। ਉਹੀ ਗਰਮੀਆਂ 'ਚ ਉੱਡਦੇ ਨੇ, ਇਹ ਉਡਾਉਂਦੇ ਨੇ। ਇਹ ਬੰਦੇ ਅਮੀਰ ਆਦਮੀ ਨੇ ਜਿਹੜੇ ਛੱਤਾਂ ਵਾਲੇ ਨੇ। ਇਹਨਾਂ ਦੇ ਜਾਲ ਵੇਖੋ, ਇਹਨਾਂ ਤਰ੍ਹਾਂ ਚਾਚਾ ਨੌਕਰ ਵੀ ਰੱਖੇ ਹੁੰਦੇ ਨੇ ਤੇ ਕਬੂਤਰ ਬੜਾ ਮਹਿੰਗਾ ਖਰੀਦ ਕੇ ਲਿਆਂਦੇ ਨੇ। ਇਹਨਾਂ ਆਪਣਾ ਹਿਸਾਬ ਤਾਂ ਇਕੱਠਾ ਕੀਤਾ ਹੁੰਦਾ ਹੈ, ਕਿਉਂਕਿ ਇਹ ਹੁੰਦੇ ਨੇ ਸੁਣਵਈਏ ਕਬੂਤਰਬਾਜ਼, ਸੁਣ ਕੇ ਲਿਆਣੇ ਵਾਲੇ। ਉਹ ਜੀ ਉਹ ਬੰਦੇ 2-4 ਦੋਸਤ ਬੈਠੇ ਜੀ, ਉਹ ਫਲਾਣੇ ਕੋਲ ਜੋੜਾ ਐਸਾ ਲੱਗਿਆ, ਉਹਦੇ ਬੱਚੇ ਇੰਨੇ ਉੱਡ ਰਹੇ ਨੇ। ਇਹ ਤੇ ਮੈਂ ਆਪਣੇ ਕੰਨਾਂ ਨਾਲ ਸੁਣਿਆ ਤੇ ਅੱਖਾਂ ਨਾਲ ਵੇਖਿਆ ਹੈ। ਉਹਦੇ ਪਿੱਛੇ ਬੰਦੇ ਲਾ ਦੇਣਗੇ। ਉਹ ਕਬੂਤਰ ਕਢਾ ਕੇ ਲਿਆਓ ਤੁਸੀਂ ਜੋੜਾ, ਜਿਸ ਤਰ੍ਹਾਂ ਵੀ ਹੈ। ਇਹ ਕਬੂਤਰਬਾਜ਼ੀ ਸਾਰਿਆਂ ਦੀ ਇੰਝ ਹੋਈ ਹੈ। ਜੇ ਕਬੂਤਰਬਾਜ਼ੀ, ਜੇ ਫਿਰ ਤੁਸੀਂ ਫੋਨ ਤੇ ਉਹਨਾਂ ਨੂੰ ਕਹਿ ਵੀ ਸਕਦੇ ਤੇ ਉਸਤਾਦ ਜੀ ਫਿਰ ਤੁਸੀਂ ਕਬੂਤਰਬਾਜ਼ੀ ਕਿਸ ਤਰ੍ਹਾਂ ਕਰ ਲਈ ਜੇ ਤੁਸੀਂ ਦੱਸ ਹੀ ਨਹੀਂ ਰਹੇ, ਤੁਹਾਨੂੰ ਪਤਾ ਹੀ ਕੋਈ ਨਹੀਂ ਹੈ, ਗੱਲਬਾਤ ਹੀ ਕੋਈ ਨਹੀਂ ਬੇਟੇ। ਇਹ ਗੱਲ ਨਹੀਂ ਹੈ। ਅਸੀਂ ਬੇਟੇ ਕਬੂਤਰ ਜੋੜੇ ਲਾਉਂਦੇ ਆ ਇਨਸ਼ਾਅੱਲਾ ਤਾਲਾ, ਅੱਲਾ ਦੇ ਫਜ਼ਲ ਨਾਲ। ਜਿਹਦੇ ਜੋੜੇ ਨਾਲ ਵੀ ਨਾ ਅਸੀਂ ਪੈਸੇ ਵਾਪਸ ਕਰਦੇ ਆ। ਆਂਡੇ ਬੰਦ ਔਰ ਮਾਦੀ, ਉਹ ਮਾਦੀ ਲੈ ਕੇ ਆਣ, ਅਸੀਂ ਫਿਰ ਮਾਦੀ ਵੀ ਨਾਲ ਦੇ ਦਿੰਦੇ ਆ। ਲੈ ਜਾ ਯਾਰ ਤੈਨੂੰ ਹੈ ਤੇ, ਜੇ ਬੁੱਤ ਨਹੀਂ ਪਾਉਂਦਾ, ਬੁੱਤ ਕਈ ਆਦਮੀ ਨੇ ਸੁਣ ਰਹੇ ਨੇ, ਅਸੀਂ ਨਾਲ ਬੁੱਤ ਵਾਲਾ ਕਬੂਤਰ ਜਿਹੜਾ ਨਹੀਂ ਪਾਉਂਦਾ ਉਹ ਵੀ ਦੇ ਦਿੰਦੇ, ਨਾਲ ਅਸੀਂ ਬੁੱਤ ਪਾਣੇ ਵਾਲਾ ਵੀ ਦੇ ਦਿੰਦੇ। ਸਾਡੀ ਗਰੰਟੀ ਹੈ, सही है। ਇਹ ਬਿਲਕੁਲ ਇਹ ਸੱਚ ਹੈ। ਤੇ ਕਬੂਤਰ ਤੇ ਅਸੀਂ ਜੋ ਹੀ ਲਾਉਂਦੇ ਆ, ਜਿਹੜੇ ਕਬੂਤਰ ਹੁਣ ਉਹ ਤੁਹਾਡੇ ਸਾਰਿਆਂ ਕੋਲ ਕਬੂਤਰ ਬੇਟੇ ਨਿਕਲ ਸਕਦੇ ਨੇ, ਸਭ ਥਾਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਜੋੜਾ 2-3 ਤੇ ਜੋੜੇ ਐਸੇ ਲੱਗ ਜਾਂਦੇ ਨੇ ਜਿਹੜੇ ਬੇਟੇ, ਅੱਗੇ ਵੀ ਮੈਂ ਕਈ ਦਫਾ ਕਿਹਾ, ਬਿਲਕੁਲ ਹੱਕ ਤੇ ਗੱਲ ਬੇਟੇ, ਬਿਲਕੁਲ ਸੱਚ ਹੈ। ਮੇਰਾ ਅੱਲਾ ਸੁਣ ਰਿਹਾ, ਅੱਲਾ ਮੇਰਾ ਸੁਣ ਰਿਹਾ। ਜਿਹੜਾ ਅੱਲਾ ਤਾਲਾ ਉਹਨਾਂ ਦੇਣਾ, ਮੈਂ ਕੌਣ ਹੁੰਦਾ? बिल्कुल जी बिल्कुल। ਇਹ ਤੇ ਅੱਲਾ ਤਾਲਾ ਦਿੰਦਾ, ਕਿਸੇ ਨੂੰ ਬੰਦੇ ਨੂੰ ਬਣਾ ਦੇ, ਕਿਸੇ ਨੂੰ ਦੇਵੇ। ਇਹ ਅੱਲਾ ਤਾਲਾ ਦੀ ਦੇਣ ਹੁੰਦੀ ਹੈ, ਇਹ ਅੱਲਾ ਤਾਲਾ ਦੀ ਰਹਿਮਤ ਔਰ ਨਿਹਮਤ ਹੈ। अच्छा बाबा जी, ਤੁਹਾਡੀ ਮਾਜ਼ਰਤ ਮੈਂ ਤੁਹਾਡੀ ਗੱਲ ਹਾਂ। ਕੱਟੀ ਹੈ। ਕਬੂਤਰ ਵਿੱਚ ਜਿਹੜਾ ਜੋੜਾ ਲੱਗਦਾ ਹੈ, ਹਾਂਜੀ, ਜੋੜਾ 100% ਲਾਉਣ ਵਾਸਤੇ ਉਹਦੇ ਵਿੱਚ ਜੋੜੇ 'ਚ ਕਿੰਨੇ ਪੁਆਇੰਟ ਹੋਣੇ ਚਾਹੀਦੇ? ਅੱਛਾ, ਇਹ ਅੱਗੇ ਵੀ ਮੈਂ ਕਾਫੀ ਗੱਲਾਂ ਕੀਤੀਆਂ, ਤੁਸੀਂ ਸੁਣ ਲਓ। ਬੜੇ ਅੱਗੇ ਜਿੰਨੀ ਵੀ ਕਿਸੇ ਸੁਣੀ ਤਾਂ ਸੁਣ ਲਓ ਬੇਟੇ। हाँ बिल्कुल। ਅਗਰ ਤੁਹਾਡੇ ਕੋਲ ਕਬੂਤਰ 97 ਹੈ ਜਾਂ 98 ਹੈ ਜਾਂ 99 ਹੈ, ਨਰ ਹੈ ਜਾਂ ਮਾਦੀ ਹੈ, ਹੁਣ ਬੰਦਿਆਂ ਨੂੰ ਇਸ ਚੀਜ਼ ਦਾ ਇਲਮ ਨਹੀਂ ਹੈ। हाँ ਬਿਲਕੁਲ ਨਹੀਂ, ਬਿਲਕੁਲ। ਅਗਰ ਹੁੰਦਾ ਤੇ ਮੈਨੂੰ ਫੋਨ ਕਰ ਦਿੰਦੇ। हाँ ਤੇ ਉਹਦੇ ਨਾਲ ਮਾਦੀ, ਤੁਸੀਂ ਅੱਗੇ ਵੀ ਮੈਂ ਕਿਹਾ, ਮਾਦੀ 35 40 50 55 ਲੱਗ ਗਈ ਨਾ, ਉਹ ਕਬੂਤਰ ਤੁਹਾਡੇ ਕੋਲ ਮੌਜੂਦ ਹੈ, ਬੜਾ ਚੈਂਪੀਅਨ ਕਬੂਤਰ ਹੈ, ਤੇ ਤੁਸੀਂ ਮਾਦੀ ਲਾ ਦਿੱਤੀ ਉਹਨੂੰ 50 55 45 60,
ਉਹ ਮਾਦੀ ਨੇ ਉਹ ਨਰ ਦਾ ਸਤਿਆਨਾਸ਼ ਕਰ ਦੇਣਾ ਹੈ। ਉਹ ਤੁਹਾਡਾ ਉਹ ਕਬੂਤਰ ਇੰਨਾ ਚੈਂਪੀਅਨ ਹੈ, ਉਹ ਕਬੂਤਰ ਤੁਹਾਡੇ ਖੁੱਡੇ ਦੇ ਵਿੱਚ ਪਿਆ ਹੋਇਆ, ਤੇ ਉਹ ਕਬੂਤਰ ਬੜਾ ਹੀ ਕੀਮਤੀ ਕਬੂਤਰ ਹੈ ਬੇਟੇ। ਅੱਲਾ ਨੇ ਤੁਹਾਨੂੰ ਦੇ ਦਿੱਤਾ ਨਾ, ਤੁਹਾਡੇ ਮੁਕੱਦਰ ਵਿੱਚ ਨੇ ਮਾਦੀ ਜਾਂ ਨਰ। ਉਹ ਕਬੂਤਰੀ ਜਿਹੜੀ ਨਾ ਉਹਨੂੰ ਉੱਥੇ ਥੱਲੇ ਲੈ ਆਏਗੀ, ਉਹ ਜੋੜਾ ਸਹੀ ਨਹੀਂ ਰਹੇਗਾ। ਵੈਸੇ ਮਾਦੀ ਜਿਹੜੀ ਹੈ ਨਾ, ਇਹ ਤੇ ਹਰ ਕਬੂਤਰਬਾਜ਼ ਨੂੰ ਪਤਾ ਹੈ, ਤੇ ਕਹਿੰਦੇ ਨੇ ਕਿ ਮਾਦੀ 1-2 ਪੁਆਇੰਟ ਉੱਪਰ ਹੋਣੀ ਚਾਹੀਦੀ। ਤੇ ਫਿਰ ਇਹ ਵੀ ਕਹਿੰਦੇ ਨੇ ਕਿ ਜ਼ਮੀਨ ਜ਼ਰਖੇਜ਼ ਹੋਏ ਨਾ, ਤੇ ਬੀਜ ਜਿਹੜਾ ਉਹਦੇ ਪਾਓਗੇ ਨਾ, ਤੇ ਉਹ ਫਸਲ ਬੜੀ ਅੱਛੀ ਦੇਗੀ। हाँ जी बिल्कुल। ਤੇ ਉਹ ਜੇ ਕਲਰ ਵਾਲੀ ਜ਼ਮੀਨ, ਬੇਕਾਰ ਜ਼ਮੀਨ, ਬੀਜ ਪਾਇਆ ਤਾਂ ਬੀਜ ਤੇ ਖਤਮ ਹੋ ਜਾਏਗਾ। हाँ जी बिल्कुल। ਐ ਤੇ ਬੰਦਿਆਂ ਦੀ, ਸਾਰਿਆਂ ਦੀ, ਬੜੇ ਬੜੇ ਵੱਡੇ ਕਬੂਤਰਬਾਜ਼ ਔਰ ਇੱਥੇ ਲੋਰ ਵਿੱਚ ਹੁੰਦੇ ਨੇ। ਉਹ ਕਬੂਤਰਬਾਜ਼ ਬੜੇ ਬੜੇ ਵੱਡੇ ਕਬੂਤਰਬਾਜ਼ਾਂ ਨੇ ਕਿਹਾ ਕਿ ਜ਼ਮੀਨ ਜਿਹੜੀ ਹੈ ਨਾ, ਉਹ ਬੀਜ ਦਾ ਸਤਿਆਨਾਸ਼ ਕਰ ਦੇਗੀ। हाँ ਇਹ ਕਿਹਾ ਹੈ ਨਾ, ਤੇ ਉਹਨਾਂ ਕੋਲ ਪੁੱਛ ਲਓ ਕਿ ਭਈ ਉਹ ਜ਼ਮੀਨ ਕਿਹੜੀ ਹੈ, ਉਹ ਜ਼ਮੀਨ ਇੱਕ ਦਾ ਪੁਆਇੰਟ ਉੱਪਰ ਜਿਹੜਾ ਹੋਣਾ ਚਾਹੀਦਾ, ਅੱਛੀ ਜ਼ਮੀਨ ਕੱਢ ਦਿਓ। ਉਹ ਹੁਣ ਤਾਂ ਗੱਲ ਕਰੋ ਜੀ, ਇੱਕ ਪੁਆਇੰਟ ਉੱਤੇ ਹੋਵੇ, ਪੁਆਇੰਟ ਕਬੂਤਰੀ ਦਾ ਉੱਪਰ ਹੀ ਹੋਣਾ ਚਾਹੀਦਾ। ਕਬੂਤਰੀ ਅੱਛੀ ਹੋਣੀ ਚਾਹੀਦੀ, ਬਿਲਕੁਲ ਉਹਨਾਂ ਸਹੀ ਕਿਹਾ। ਲੇਕਿਨ ਜਿਨ੍ਹਾਂ ਦੇ ਉਸਤਾਦ ਜਿਹੜੇ ਸ਼ਾਗਿਰਦ ਨੇ, ਉਹ ਆਪਣੇ ਉਸਤਾਦਾਂ ਕੋਲ ਪੁੱਛਣ। ਅਗਰ ਬੇਟੇ ਬੜੇ ਕਬੂਤਰ 95% ਬੰਦੇ ਜਿਹੜੇ ਮਨ ਫੋਨ ਕਰਦੇ ਨੇ, ਉਹ ਕਾਮਯਾਬ ਹੋਏ ਨੇ। ਜਿਹੜੇ ਨਹੀਂ ਹੋਏ ਬੇਟੇ, ਜਿਹੜੇ ਫੇਲ ਨੇ ਕਲਾਸ ਚੋਂ 5%, ਉਹ ਆ ਜਾਣ ਮੇਰੇ ਕੋਲ, ਮੇਰਾ ਦਰਵਾਜ਼ਾ ਖੁੱਲ੍ਹਾ, ਮੇਰਾ ਫੋਨ ਨੰਬਰ ਚੱਲ ਰਿਹਾ ਟੈਡੀ ਕਿੰਗ ਤੇ। जी बिल्कुल। ਆਣ ਬੰਦੇ ਆਉਂਦੇ ਰਹਿੰਦੇ, ਪੁੱਛਦੇ ਰਹਿੰਦੇ, ਫੜ ਕੇ ਦੱਸੀਦਾ ਉਹਨਾਂ ਨੂੰ ਕਿ ਬਾਤੇ ਬੇਟੇ ਇੰਜ ਤੇ ਇੰਜ ਕਰੋ, ਐਸਾ ਉਹਦੇ ਵਿੱਚ ਜੋੜਾ ਲੱਗ ਜਾਂਦਾ। ਲੇਕਿਨ ਇੱਕ ਗੱਲ ਫਿਰ ਸਾਫ਼ ਸੁਥਰੀ ਮੈਂ ਕਰ ਦਿਆਂ, ਲੇਕਿਨ ਬੇਟੇ ਅਸਲ 2-4 ਪੁਆਇੰਟ ਜਿਹੜੇ ਆ ਮੈਂ ਨਹੀਂ ਦੱਸਦਾ ਬੇਟੇ। ਮੇਰਾ ਰੋਜ਼ ਦਾ ਮਾਮਲਾ ਹੀ ਹੈ ਮੇਰਾ। ਮੈਂ ਬੇਟੇ ਤੁਹਾਨੂੰ ਸੱਚ ਕੇ ਜਿਹੜੀ ਗੱਲ ਕਰ ਰਿਹਾ, ਅੱਲਾ ਸੁਣ ਰਿਹਾ। ਅੱਲਾ ਨੂੰ ਪਤਾ ਹੈ ਇਸ ਬੰਦੇ ਕੋਲ ਆਪਣਾ ਮਕਾਨ ਵੀ ਨਹੀਂ ਹੈ, ਇਹ ਅੱਲਾ ਤਾਲਾ ਨੂੰ ਪਤਾ ਹੈ, ਸਭ ਕੁਝ ਪਤਾ ਹੈ। ਮੇਰੇ ਤੇ ਜ਼ਿੰਮੇਵਾਰੀਆਂ ਬੜੀਆਂ ਨੇ ਬੇਟੇ, ਤੇ ਮੈਂ ਅਗਰ ਤੁਹਾਨੂੰ ਦੱਸ ਦਿਆਂ ਨਾ, ਤੇ ਫਿਰ ਮੇਰੇ ਕੋਲ ਕਿਸੇ ਨੇ ਜੋੜੇ ਲਵਾਉਣ ਆਣਾ, ਤੇ ਕਿਸੇ ਨੇ ਮੇਰੇ ਕੋਲ ਕਬੂਤਰ ਲੈਣੇ, ਤੇ ਕੋਈ ਮੇਰੀ ਗੱਲਬਾਤ ਨਹੀਂ। ਤੁਸੀਂ ਕਿ ਤੁਸੀਂ ਤੇ ਫੋਨ ਤੇ ਮੇਰੇ ਨਾਲ ਗੱਲ ਕਰ ਲੈਂਦੇ ਹੋ, ਗੱਲਾਂ ਕੀਤੀਆਂ ਨੇ ਤੁਸੀਂ, ਲੇਕਿਨ ਤੁਸੀਂ ਮੇਰੇ ਨਾਲ ਫੋਨ ਤੇ ਵੀ ਗੁਆਰਾ ਨਹੀਂ ਕਰਨਾ। ਮੈਂ ਆਜ਼ਮਾ ਚੁੱਕਿਆ ਬੇਟੇ, ਇਹ ਤੁਹਾਨੂੰ ਵੀ ਪਤਾ ਹੈ ਕਿ ਗੱਲਬਾਤ ਇੰਜ ਬਾਬੇ ਨੂੰ ਪੁੱਛਣ ਵਾਲਾ ਫਿਰ ਕੋਈ ਨਹੀਂ ਹੋਏਗਾ। ਬਹੁਤ ਸਾਰੇ ਦੋਸਤ ਬਾਬਾ ਜੀ ਵਿੱਚ ਕਮੈਂਟ ਕਰਦੇ ਨੇ ਜੀ ਕਿ ਬਾਬੇ ਹੋਰਾਂ ਨੇ ਦੱਸਣਾ ਕੁਛ ਨਹੀਂ, ਤੇ ਸਾਡਾ ਟਾਈਮ ਫਜ਼ੂਲ ਜ਼ਾਇਆ ਕਰਦੇ। ਮੈਂ ਚਾਹਨਾ ਵਾਂ ਕਿ ਇਸ ਚੀਜ਼ ਤੇ ਕੋਈ ਥੋੜੀ ਰੋਸ਼ਨੀ ਪਾਓ ਕਿ ਇਹ ਕਿਹੜੇ ਬੰਦੇ ਹੈਗੇ ਨੇ ਜਿਹੜੇ ਇਹੋ ਜਿਹੇ ਕਮੈਂਟ ਕਰਦੇ ਨੇ, ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿਸੇ ਚੀਜ਼ ਦਾ। ਹਾਂ, ਉਹ ਬੰਦੇ ਉਹ ਨੇ ਕਿ ਜਿਹੜੇ ਬੰਦੇ, ਮੈਂ ਤੁਹਾਨੂੰ ਦੱਸਾਂ 95% ਤੇ ਦਿਮਾਗ ਉਹਨਾਂ ਦਾ ਬਸ ਬੜੀਆਂ ਗੱਲਾਂ ਕੀਤੀਆਂ ਨੇ, ਪੁਆਇੰਟ ਤੇ ਬੜੇ ਦਿੱਤੇ, ਹਾਂ ਪੁਆਇੰਟ ਬੜੇ। ਹੁਣ ਇੰਨੇ ਜਿਹੇ ਕਬੂਤਰ 'ਚ ਇੰਨੇ ਪੁਆਇੰਟ ਹੁੰਦੇ ਜਿਹੜੇ ਤੁਹਾਨੂੰ ਦੱਸੇ ਨੇ। ਹਾਂ ਹੁਣ ਜੇ ਵੈਸੇ ਬੇਟੇ ਗੱਲ ਹੈ ਵੇ ਕਿ ਇਹ ਕਬੂਤਰ ਉੱਤੇ, ਪਾਕਿਸਤਾਨ ਉੱਤੇ, ਕਿ ਪੂਰੀ ਦੁਨੀਆ ਤੇ ਭਲਾ ਕਰਨਾ ਬੇਟੇ, ਇਹ ਗੱਲ ਬਿਲਕੁਲ ਹਕੀਕਤ ਹੈ। ਔਰ ਮੇਰਾ ਅੱਲਾ ਜਾਣਦਾ, ਮੈਂ ਜਾਣਾ ਹੈ ਬੇਟੇ। ਹੁਣ ਬੇਟੇ ਮੇਰੇ ਬੋਨਸ ਦੇ ਦਿਨ ਨੇ, ਮੈਂ ਮਰਨੇ ਵਾਲਾ, ਤੇ ਅੱਲਾਹ ਤਾਲਾ ਨੇ ਕਿਹਾ ਤੈਨੂੰ ਮੈਂ ਫਨ ਦਿੱਤਾ, ਤੇ ਝੂਠ ਬੋਲ ਰਹੇ ਆ, ਹਾਂ ਤੁਹਾਡੇ ਕੋਲ ਮੇਰੇ ਕੋਲ ਫਨ ਨਹੀਂ ਹੈ। ਮੈਨੂੰ ਅੱਲਾਹ ਤਾਲਾ ਦਿੱਤਾ ਹੈ, ਤੇ ਮੈਂ ਉਹ ਫਨ ਵਾਸਤੇ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਉਹ ਨਸਲਾਂ ਬਣਾਓ। ਤੁਹਾਡੇ ਕੋਲ ਕਬੂਤਰ ਹੈ ਨੇ, ਸਾਡੇ ਕੋਲ ਜੋੜੇ ਲਵਾ ਬੇਟੇ, ਉਹਨਾਂ ਸਹੀ ਕਰੋ। ਤੁਸੀਂ ਬਣਾਓ, ਅਸੀਂ ਤੁਹਾਡਾ ਨਾਮ ਨਹੀਂ ਲਾਂਗੇ, ਉਹ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਡੇ ਚੈਂਪੀਅਨ ਕਬੂਤਰ ਨੇ। ਮੈਂ ਕਹਿ ਰਿਹਾ ਤੁਹਾਡੇ ਕਬੂਤਰ ਜੋੜੇ ਨਾ, ਸਾਡੇ ਕੋਲ ਪੈਸੇ ਨੈਟ ਕੈਸ਼ ਵਾਪਸ ਲੈ ਲਓ। ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਕਬੂਤਰ ਤੁਹਾਡੇ ਦਿਲ ਦੇ ਵਿੱਚ ਖੁੱਭ ਜਾਣਗੇ। ਹਾਰ ਜਿੱਤ ਮੁਕੱਦਰਾਂ ਦੀ। ਬਿਲਕੁਲ ਹੁਣ ਬਿਲਕੁਲ। ਇਹ ਨਹੀਂ ਕਿ ਮੈਂ ਕਹਾਂਗਾ ਜੀ ਤੁਸੀਂ ਪੂਰੀ ਦੁਨੀਆ ਦਾ ਵਰਲਡ ਕੱਪ ਹੀ ਜਿੱਤ ਜਾਓਗੇ। ਉਹ ਹੁਣ ਸਾਰੇ ਜੇ ਪਾਕਿਸਤਾਨ ਜਿੱਤਦੇ ਨੇ ਕੱਪ, ਤੇ 4-5 ਦਫਾ ਲਾਲੀ ਲੈ ਜਾਂਦਾ, ਉਹਦੇ ਮੁਕੱਦਰ ਨੇ, ਲਾਲੀ ਦੇ ਮੁਕੱਦਰ ਨੇ। ਹਾਂ ਬਿਲਕੁਲ ਜੀ ਉਹਦੇ ਤੁਸੀਂ ਬੜੀ ਮਿਹਨਤ ਕਰਦੇ ਹੋ, ਵੀ ਤੁਹਾਡੇ ਕੋਲ ਮਿਹਨਤ ਕਰਦੇ ਹੋ, ਉਸ ਤੋਂ ਜ਼ਿਆਦਾ ਅੱਛੇ ਤੁਹਾਡੇ ਕੋਲ ਵੀ ਕਬੂਤਰ ਆਏ ਨੇ। ਲੇਕਿਨ ਵੇਖ ਲਓ, ਇਹ ਮੁਕੱਦਰਾਂ ਦੀ ਗੱਲ ਹੈ। ਬਿਲਕੁਲ ਇਹ ਤੁਹਾਡੇ ਕੋਲ ਜੋੜੇ ਇੰਜ ਤੇ ਹੀ ਬਣਨਗੇ। ਤੁਸੀਂ ਖੁਦ ਕਹੋਗੇ ਜੀ ਇਹ ਤੇ ਜੋੜਾ ਨਾ, ਅਸੀਂ ਜਿਹੜੇ ਜੋੜੇ ਲਾਵਾਂਗੇ, ਤੁਸੀਂ ਕਹੋਗੇ ਇਹ ਤੇ ਨਾਲ ਦਾ ਜੋੜਾ ਪੂਰੇ ਪਾਕਿਸਤਾਨ 'ਚ ਨਹੀਂ, ਇਹਨੇ ਇੰਜ ਕਰਤਾ। ਇੱਕ ਨਹੀਂ, ਤੁਹਾਡੇ ਕੋਲ ਜੋੜੇ 'ਚ ਬੜਾ ਜੋੜਾ ਨਿਕਲਦਾ। ਉਹ ਬੰਦੇ ਬਾਅਦ 5 ਕਬੂਤਰ ਲਿਆਉਂਦੇ ਨੇ ਤੇ ਜੋੜਾ ਲੱਗ ਜਾਂਦਾ, ਨਿਕਲ ਆਉਂਦਾ, ਤੇ ਬਾਅਦ ਜਿਹੜਾ 100 ਲੈਂਦੇ ਨੇ ਉਹਦੇ 3 ਨਿਕਲ ਆਉਂਦੇ। ਜੋੜੇ ਨਿਕਲਦੇ ਲਾਜ਼ਮੀ ਨੇ, ਲਾਜ਼ਮੀ ਜੋੜੇ। ਉਹ ਫਿਰ ਅਸੀਂ ਦੱਸਾਂਗਾ ਕਿ ਤੁਹਾਨੂੰ ਪਤਾ ਹੋਏਗਾ, ਉਹ ਅਸੀਂ ਗਰੰਟੀ ਨਾਲ ਕਵਾਂਗੇ। ਜਿਹੜੇ ਗਰੰਟੀ ਨਾਲ ਵੀ ਕਹਿ ਦੇਂਗੇ ਹੋਣਗੇ ਤਾਂ ਸਾਰੇ ਚੰਗੇ। ਅਸੀਂ ਕਹਾਂਗੇ ਨਾ ਇਹ ਜੋੜੇ ਨੇ ਤੁਹਾਡੇ 3, ਇਹ ਤੁਹਾਨੂੰ ਰਜਾ ਦੇਣਗੇ ਔਰ ਸ਼ਾਮ ਤੱਕ ਬਹਿਣਗੇ, ਉਹਦਾ ਹਰਜਾਨਾ ਦਿਆਂਗੇ ਬੇਟੇ ਅਸੀਂ।
ਅਸੀਂ ਪੈਸੇ ਦੇਣ ਨੂੰ ਤਿਆਰ ਹਾਂ। ਐਸੀ ਗੱਲ ਨਹੀਂ, ਜੋੜੇ ਤੁਸੀਂ ਕਰੋ, ਨਸਲਾਂ ਨੂੰ ਚਲਾਓ। ਇਹ ਲਾਈਨ ਬਰੀਡ ਖਰਾਬ ਹੀ ਇੰਝ ਹੋਈ ਮੇਰਾ ਬੇਟਾ। ਇਹ ਮਾਦੀ ਤੇ ਨਰ ਥੱਲੇ ਥੱਲੇ ਵਾਲੇ ਲਾ ਕੇ ਕਬੂਤਰਾਂ ਦਾ ਸਤਿਆਨਾਸ਼ ਕਰ ਦਿੱਤਾ ਪੂਰੇ। ਫਿਰ ਤੁਸੀਂ ਇੰਡੀਆ ਵਾਲੇ ਨਾਰਾਜ਼ ਹੋ ਜਾਂਦੇ ਨੇ। ਇੰਡੀਆ ਦੇ ਵਿੱਚ ਕਬੂਤਰ 80 90 ਮਿਲਣਾ ਬੜਾ ਮੁਸ਼ਕਲ ਹੈ। ਅਸੀਂ 80 90 ਲੈਂਦੇ ਹੀ ਨਹੀਂ। 80 90 ਬੇਟੇ ਲੈਂਦੇ ਹੀ ਨਹੀਂ। ਉਹ ਮੈਂ ਕਹਿੰਦਾ ਮੇਰੇ ਸਰਕਾਰ ਹੈਦਰ ਮੇਰਾ ਉਹਦਾ ਫੋਨ ਨੰਬਰ ਹੈ। ਉਹ ਸ਼ਗਿਰਦ ਦੇ ਕਹਿੰਦਾ ਉਸਤਾਦ ਜੀ ਕਬੂਤਰ ਨਹੀਂ ਮਿਲ ਰਹੇ। ਜੇ ਕੋਈ ਮਿਲਦਾ ਹੈ ਨਾ ਤੇ ਉਹ ਨੀਵੀਂ ਵਾਲਾ ਮਿਲਦਾ ਹੈ। ਉਹ ਵੀ ਨੀਵੀਂ ਵਾਲਾ ਜਿਹੜਾ ਮਿਲਦਾ ਹੈ ਉਹ ਵੀ ਕੋਈ 90 ਦੇ ਕਰੀਬ, 90 ਦੇ ਥੱਲੇ ਹੀ, ਉੱਤੇ ਕੋਈ ਨਹੀਂ ਮਿਲਦਾ। ਉਹ ਕਹਿੰਦਾ ਜੋੜੇ ਲਾਉਣ ਵੀ ਜਾਈਦਾ ਉੱਥੇ ਕਬੂਤਰ ਇੰਨੇ। ਫਿਰ ਅਸੀਂ ਉਹ ਯਾਨੀ ਕਿ ਇਸ ਤਰ੍ਹਾਂ ਫਿਰ ਜੋੜੇ ਲਾ ਦਈਦੇ ਨੇ 85 ਵਾਲਾ 70 ਵਾਲਾ। ਕੋਈ ਨਿਕਲ ਆਇਆ ਤੇ ਅਸੀਂ ਕਹਿੰਦੇ ਹਾਂ ਕਿ ਚਲੋ ਜੀ ਜਾਂਦੇ ਹਾਂ ਕਿ ਚੋਰ ਦੀ ਲੰਗੋਟੀ ਸੀ ਇੱਥੇ ਲਾਓ। ਅੰਨਿਆਂ ਚ ਕਾਣਾ ਰਾਜਾ, ਅੰਨਿਆਂ ਚ ਕਾਣਾ ਰਾਜਾ। ਅੰਨੇ ਨੇ ਨਾ ਸਾਰੇ ਤੇ ਜਿੱਥੇ ਕਾਣਾ ਹੋਵੇ ਨਾ ਤੇ ਉੱਥੇ ਮੁਲਕ ਵਾਲੇ ਆਪਣਾ ਰਾਜਾ ਬਣਾ ਲੈਂਦੇ ਨੇ। ਉੱਥੇ ਅੰਨਿਆਂ ਚ ਕਾਣਾ ਰਾਜਾ ਨਿਕਲਦਾ। ਗੱਲ ਸਹੀ ਏ। ਇਹ ਹੁਣ ਵੇਖੋ ਤੁਸੀਂ ਜੇਠ ਦੇ ਵਿੱਚ ਕਬੂਤਰ ਲੋਕਾਂ ਦੇ ਸ਼ਾਮ ਨੂੰ ਬੈਠੇ ਨੇ 11 ਬਾਜ਼ੀ ਉੱਡੀਆਂ ਨੇ ਜੇਠ ਦੇ ਵਿੱਚ ਬੇਟੇ। ਉੱਥੇ ਜੇਠ ਉਡਾਉਂਦੇ ਹੀ ਨਹੀਂ। ਉਹ ਠੰਡ ਚ ਉਡਾਉਂਦੇ ਨੇ। ਠੰਡ ਚ ਬਹਿ ਜਾਏ ਨਾ ਸ਼ਾਮ ਨੂੰ ਕਬੂਤਰ 4 ਵਜੇ 5 ਵਜੇ 6 ਵਜੇ ਤੇ ਉਹ ਇੰਤਹਾ ਹੈ। ਉਹ 12-1 ਵਜੇ ਤੇ ਉਹਨਾਂ ਦੀ ਹਾਰ ਜਿੱਤ ਹੋ ਜਾਂਦੀ। ਸਹੀ। ਯਾਨੀ ਕਿ ਤੁਸੀਂ ਲਾਈਨ ਬਰੀਡ ਖਤਮ ਕਰ ਦਿੱਤੀ ਗਈ। ਬਹੁਤ ਜ਼ਿਆਦਾ ਕਬੂਤਰਾਂ ਦੀ ਲਾਈਨ ਬਰੀਡ ਖਤਮ ਹੋ ਗਈ। ਹੁਣ ਤੁਸੀਂ ਬਟੇਰਾ ਲੈ ਜਾਂਦੇ ਬਾਅਦ ਦਫਾ ਤੇ, ਫਿਰੋਜ਼ਪੁਰੀ ਲੈ ਜਾਂਦੇ ਹੋ, ਸ਼ਕਲਾਂ ਸਾਰੀਆਂ ਨੇ, ਟੈਡੀ ਲੈ ਜਾਂਦੇ, ਬੇਕਾਰ ਹੀ ਨਿਕਲਦੇ ਨੇ ਨਾ। ਹਾਂ ਬਿਲਕੁਲ। ਇਹ ਕਿਉਂ ਬੇਕਾਰ ਕੀਤੇ ਗਏ ਬੇਟੇ? ਇਹ ਛੱਤ ਵਾਲੇ, ਇਹ ਚੂਹੇ, ਇਹ ਕਾਲੇ ਮੂੰਹ ਵਾਲੇ, ਇਹ ਫਿਰੋਜ਼ਪੁਰੀ, ਅਸੀਂ ਉਹ ਕਬੂਤਰ ਐਸੇ ਬਣਾਏ ਨੇ 100 ਤੱਕ ਲੈ ਗਿਆ। ਲਿਜਾਣਾ ਬੜਾ ਮੈਨੇ ਰੱਖਦਾ, ਬਹੁਤ ਮੁਸ਼ਕਲ ਕੰਮ ਏ। ਅਸੀਂ ਹਰ ਨਸਲ ਨੂੰ 100 ਤੱਕ ਲੈ ਗਏ ਬੇਟੇ ਤੇ ਉਹਨਾਂ ਨੂੰ ਅੱਗੇ ਹੁਣ ਅਸੀਂ ਚਲਾਉਣ ਲੱਗੇ। ਉਹ ਵੇਚਦੇ ਨਹੀਂ ਅਸੀਂ। ਉਹ ਬੱਚੇ ਹਲੇ ਨੇ 10 ਸਾਫ ਹੋਣਗੇ ਹੁਣ ਤੱਕ। ਅਸੀਂ ਸਿਰਫ ਇਹ 9-10 ਮਹੀਨੇ ਦੀ ਗੱਲ ਹੈ ਜਾਂ 8 ਮਹੀਨੇ ਦੀ, ਉਹਨਾਂ ਦੀ ਅਸੀਂ ਨਸਲਾਂ ਚਲਾ ਰਹੇ ਹਾਂ। ਹਰ ਨਸਲ ਸਾਡੇ ਕੋਲ ਹੈ। ਫਰਾਂਸੀ ਤੇ ਐਸੇ ਨੇ ਉਹ ਬੇਟੇ ਤੁਸੀਂ ਕਹੋਗੇ ਪਤਾ ਨਹੀਂ ਬਾਬਾ ਯਾਰ ਝੂਠ ਬੋਲਦੇ। ਮੈਂ ਕਹਿੰਦਾ ਫਰਾਂਸੀ ਐਸੇ ਬਣਾਏ ਨੇ ਅਸੀਂ ਕਿ ਯਕੀਨ ਕਰੋ ਉਹ ਬਾਊ ਜਾਣ ਤੋਂ ਬਾਅਦ ਉਹ ਸਾਡੇ ਕੋਲ ਹੀ ਹੋਣੇ। ਐਨੇ ਬਾਊ ਜਾਣ ਕੋਲ ਵੀ ਨਹੀਂ ਹੋਣੇ ਬੇਟੇ। ਮੈਂ ਤਾਂ ਹੱਕ ਦੀ ਗੱਲ ਕਰਾਂ। ਤੁਸੀਂ ਕਹੋਗੇ ਜੀ ਬਣਾਏ ਉਹਨਾਂ ਨੇ ਤੇ ਕਿਸ ਤਰ੍ਹਾਂ ਗੱਲ ਕਰਦੇ? ਉਹ ਗੱਲ ਠੀਕ ਹੈ। ਅਸੀਂ ਉਹ ਨਸਲ ਬਣਾ ਕੇ ਹੁਣ ਆਪੇ ਉਹ ਨਸਲਾਂ ਜਿਹੜੀਆਂ ਨੇ ਨਾ ਅਸੀਂ ਉਹ 1000 ਨਸਲ ਬਣਾ ਸਕਦੇ ਹਾਂ ਉਹਨਾਂ ਚੋਂ। ਅਗਰ ਅਸੀਂ 35 ਨਸਲਾਂ ਬਣਾ ਲਈਆਂ ਨੇ ਨਾ 30-35 ਨਸਲਾਂ, ਉਹਦੇ ਵਿੱਚ ਅਸੀਂ 100 ਹੀ ਪਾਉਣਾ ਜਿਹੜੀ ਨਸਲ ਆਉਂਦੀ ਰਹੇਗੀ। ਉਹ 100 ਨਾਲ ਥੱਲੇ ਨਹੀਂ ਆਏਗੀ। 99 ਤੇ ਨਹੀਂ ਆਏਗੀ। ਉਹ 99 ਤੋਂ 100 ਹੀ ਰਹੇਗੀ। 101 ਨਹੀਂ ਬਣੇਗੀ। ਉਹ 100 ਤੋਂ ਥੱਲੇ ਨਹੀਂ ਆਣਗੇ। ਉਹ ਜਿਹੜੇ 100 ਵਾਲੇ ਬਣ ਗਏ ਨਾ ਉਹ 100 ਹੀ ਰਹਿਣੇ। ਜੇ ਅਸੀਂ ਅਗਰ ਉਹਦੇ ਨਾਲ ਕਬੂਤਰੀ ਪਾਤੀ 70 ਤੇ ਫਿਰ ਤੋਂ ਥੱਲੇ ਆ ਜਾਏਗਾ। ਹਾਂ ਬਿਲਕੁਲ। ਉਹ 100 ਵਾਲਾ ਨਰ ਜਿਹੜਾ ਮਾਦੀ ਉਹ ਥੱਲੇ ਆ ਜਾਏਗੀ ਬੇਟੇ, ਪਤਾ ਨਹੀਂ ਹੋਏਗਾ। ਇਸ ਤਰ੍ਹਾਂ ਤੁਸੀਂ ਜੋੜੇ ਲਵਾਓ ਔਰ ਅਸੀਂ ਤੁਹਾਨੂੰ ਉੱਥੇ ਦੱਸਾਂਗੇ। ਇਹ ਨਹੀਂ ਕਿ ਅਸੀਂ ਤੁਹਾਡੇ ਘਰ ਜਾ ਕੇ ਤੁਸੀਂ ਇੰਨੇ ਬੇਵਕੂਫ ਹੋ, ਤੁਹਾਨੂੰ ਪਤਾ ਹੀ ਕੋਈ ਨਹੀਂ। ਤੁਹਾਨੂੰ ਪਤਾ ਕਿ ਸਾਡੇ ਕਬੂਤਰ ਇੰਨੇ, ਇਸ ਬੰਦੇ ਨੇ ਸਾਡੇ ਮਾਦੀਆਂ ਨਰ ਪੱਠੇ ਸਾਰੇ ਕੱਢ ਕੇ ਆ ਮਾਰੇ ਨੇ। ਸਾਡੇ ਕੋਲ ਲੈਂਦੇ ਇੱਕ ਬਾਕੀ ਗੰਦੇ ਨੇ। ਕਈਆਂ ਬੰਦਿਆਂ ਦੇ 400 ਕਬੂਤਰ ਉਹਨਾਂ ਵੇਚਿਆ। ਮੈਂ ਕਹਿੰਦਾ ਉਹਨਾਂ ਮਨ ਵੀ ਉਹਨਾਂ ਕਿਹਾ ਜੀ ਤੁਸੀਂ ਸਾਰੇ ਲੈ ਜਾਓ ਤੋਬਾ। ਅਸੀਂ ਕਬੂਤਰ ਨਹੀਂ ਕਿਸੇ ਕੋਲ ਲੈਂਦੇ। ਤੇ ਕਈਆਂ ਨੇ ਬੰਦੇ ਬਾਹਰਲੇ ਮੁਲਕ ਹੁੰਦੇ ਨੇ ਉਹ ਵੀ ਸੁਣ ਲੈਣ। ਅਸੀਂ ਬੇਟੇ ਤੁਸੀਂ ਕਹਿੰਦੇ ਜੀ ਬਾਬਾ ਜੀ ਇਹ ਕਬੂਤਰ ਲੈ ਜਾਓ, ਜਾਂ ਮੇਰੇ ਸ਼ਗਿਰਦ ਨੂੰ ਕਹਿੰਦੇ ਹੋ ਕਿ ਇਹ ਕਬੂਤਰ ਯਾਰ ਸਾਡੇ ਘਰ ਦਾਣਾ ਪਾਣਾ ਵਾਲੇ ਕੋਲ ਜਿਸੇ ਮੈਂ ਆਵਾਂਗਾ ਤੇ ਲੈ ਲਾਂਗਾ ਤੇ ਦਾਣੇ ਦਾ ਵੀ ਕਹਿੰਦੇ ਖਰਚਾ ਅਸੀਂ ਦਿੰਦੇ ਰਹਾਂਗੇ ਤੇ ਤੁਸੀਂ ਬੱਚੇ ਕਢਾਉਂਦੇ ਰਹੋ। ਸਾਡੇ ਕੋਲ 20 25 50 ਜੋੜਾ 100 ਜੋੜਾ। ਅਸੀਂ ਬੇਟੇ ਸੁਣ ਰਹੇ ਹੋ ਤੁਸੀਂ? ਅਸੀਂ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਨਹੀਂ ਲੈਂਦੇ ਕਿਉਂਕਿ ਉਹਨਾਂ 'ਚ ਕਬੂਤਰ ਮਰਨ ਵਾਲੀ ਬਿਮਾਰੀਆਂ ਨੇ, ਕਈ ਮਰ ਜਾਂਦੇ ਨੇ। ਤੇ ਤੁਸੀਂ ਕਹਿਣਾ ਜੀ ਉਹ ਬਾਬੇ ਯਾਰਾਂ ਤੇ ਅਸਲ ਕਬੂਤਰ ਤੇ ਮਾਰ ਕੇ ਖਾ ਗਏ ਨੇ, ਮੈਂ ਬਦਨਾਮੀ ਦਾ ਬਹਿਸ ਲੈਣਾ। ਹਾਂ ਬਿਲਕੁਲ ਬਿਲਕੁਲ ਸਹੀ। ਅਸੀਂ ਕਬੂਤਰ ਕਿਸ ਕੋਲ ਲੈਂਦੇ ਹੀ ਨਹੀਂ। ਅਸੀਂ ਉਹ ਜਿਹੜੇ ਕਬੂਤਰ ਉਹ ਵੀ ਕਹਿੰਦੇ ਨੇ ਜੀ ਤੁਸੀਂ ਚੁੱਕ ਕੇ ਨਾ ਕਿਤੇ ਲੈ ਜਾਓ। ਉਹ 300-250 ਕਬੂਤਰ ਦਾਣਾ ਪਾਉਂਦੇ ਨੇ ਨਾ, ਕਹਿੰਦੇ ਬਾਬਾ ਜੀ ਇਹ ਤੁਸੀਂ ਲੈ ਜਾਓ। ਅਸੀਂ ਉਹ ਕਬੂਤਰ ਨਹੀਂ ਲੈਂਦੇ ਬੇਟੇ। ਕਤਲ ਨਹੀਂ ਕਬੂਤਰ ਲੈਂਦੇ। 250, 300, 500, 700 ਕਬੂਤਰ ਵੀ ਲੋਕਾਂ ਨੇ ਵੇਚੇ ਨੇ
ਤੇ ਕਬੂਤਰ ਉਹਨਾਂ ਦੇ ਜਿਹੜੇ ਲਾਗੇ ਨੇ, ਉਹ ਇਹ ਨਹੀਂ ਕਿ ਉਹਨਾਂ ਚ ਕਬੂਤਰ ਇੰਨੇ ਲੱਗੇ, 100 ਜੋੜਾ ਵੀ ਲੱਗਦਾ ਹੈ, ਸਹੀ ਗੱਲ 80 ਜੋੜਾ, 70 ਵੀ ਲੱਗਦਾ ਹੈ, 50 ਵੀ ਲੱਗਦਾ ਹੈ, 10 ਵੀ ਲੱਗ ਜਾਂਦੇ। ਲੇਕਿਨ ਜਿਹੜੇ ਅਸੀਂ ਚੈਂਪੀਅਨ ਦੱਸਾਂਗੇ ਇਹ ਤੁਹਾਡੇ 5 ਜੋੜੇ ਆ ਨੇ, 4 ਜੋੜੇ ਆ ਨੇ, ਚੈਂਪੀਅਨ ਨੇ, ਇਹਨਾਂ ਨੂੰ ਜਿੱਤਣ ਵਾਲੀ ਕੋਈ ਨਹੀਂ। ਤੁਸੀਂ ਖੁਦ ਕਹੋਗੇ ਆਪਣੇ ਆਪ ਨੂੰ, ਹਾਲਾਂਕਿ ਉਹ ਹਾਰ ਜਿੱਤ ਮੁਕੱਦਰਾਂਗੇ, ਤੁਸੀਂ ਕਹੋਗੇ ਨਹੀਂ ਇਹਨਾਂ ਜਿੱਤਣ ਵਾਲਾ ਕੋਈ ਨਹੀਂ। ਇਹ ਤੇ ਤੂਫਾਨ ਮਚਾਤਾ ਸਾਡੇ ਦਿਲ ਦੇ ਵਿੱਚ ਵੜ ਗਏ ਨੇ। ਅੱਛਾ ਬਾਬਾ ਜੀ, ਇੱਕ ਹੋਰ ਗੱਲ ਪੁੱਛਣਾ ਚਾਹਣਾ ਕਿ ਜਿਹੜਾ ਸਹੀ ਇੱਕ ਨੰਬਰ ਜੋੜਾ, ਮਸਲਾ ਅੱਛਾ ਜੋੜਾ ਜਿਹਨੂੰ ਕਿਹਾ ਹਾਂਜੀ। ਜਾਂਦਾ, ਉਹ ਜੋੜੇ ਦੇ ਵਿੱਚ ਪੁਆਇੰਟ ਨੇ, ਮਸਲਾ ਨੇ ਕਿ ਹੁਣ ਜੇ ਅਗਰ ਨਰ ਮਾਦੀ ਦੇ ਮਿਕਸ ਪੁਆਇੰਟ ਕਰਕੇ ਅਸੀਂ ਬਣਾਈਏ ਤੇ 14 ਪੁਆਇੰਟ ਬਣਦੇ ਨੇ ਜਾਂ 10 ਪੁਆਇੰਟ ਬਣਦੇ ਨੇ। ਅੱਛਾ ਜੋੜਾ ਲਾਉਣ ਵਾਸਤੇ ਕਿੰਨੇ ਪੁਆਇੰਟ ਹੋਣੇ ਚਾਹੀਦੇ ਨੇ ਕਬੂਤਰ ਦੇ ਵਿੱਚ, ਵੀ ਜੋੜੇ ਦੇ ਵਿੱਚ? 4 ਪੁਆਇੰਟ ਦੇ, 5 ਪੁਆਇੰਟ ਦੇ, 6 ਪੁਆਇੰਟ ਦੇ ਜੋੜਾ ਕਬੂਤਰ ਅੱਛਾ ਲੱਗਦਾ? ਜਿਹੜਾ ਜੋੜਾ ਸਭ ਤੋਂ ਪਹਿਲੇ ਅਸੀਂ ਕਬੂਤਰ ਦੀ ਆਮਦ ਵੇਖਦੇ ਹਾਂ। ਠੀਕ ਹੈ। ਆਮਦ ਇਹ ਨਹੀਂ, ਬਹੁਤ ਜ਼ਿਆਦਾ ਕਬੂਤਰਬਾਜ਼ ਜਿਹੜੇ ਨਾ ਉਹ ਚੇਤਰ ਤੇ ਵਿਸਾਖ ਤੇ ਅੱਸੂ ਖੇਲਦੇ ਨੇ, ਜੇਠ ਦੇ ਨੇੜੇ ਹੀ ਨਹੀਂ ਜਾਂਦੇ। ਜੇਠ ਦਾ ਨਾਂ ਲਿੱਤਾ ਜਾਏ ਨਾ, ਉਹਨਾਂ ਬੰਦਿਆਂ ਕੇ ਜਿਹੜੇ ਖੇਲਦੇ ਨੇ, ਉਹਨਾਂ ਦੇ ਨਾ ਸਲਵਾਰ ਗਿੱਲੀ ਹੋ ਜਾਂਦੀ। ਉਹ ਕਹਿੰਦਾ ਜੇਠ ਜਿਹਨਾਂ ਵੇਖੀ ਕਿ ਅਸਲ ਕਬੂਤਰਬਾਜ਼ੀ ਜੇਠ ਹੈ। ਬਿਲਕੁਲ। ਉਹਦੇ ਸਭ ਤੋਂ ਪਹਿਲੇ ਤੁਸੀਂ ਸਵਾਲ ਅੱਗੇ ਹੋ ਚੁੱਕਿਆ ਬੇਟੇ, ਬੜੀ ਦਫਾ ਹੋ ਚੁੱਕਿਆ, ਬੜੀ ਦਫਾ ਹੋ ਗਿਆ, ਫਿਰ ਮੈਂ ਕਰ ਦਿੰਦਾ ਕਿ ਸਭ ਤੋਂ ਪਹਿਲੇ ਅਸੀਂ ਆਮਦ ਵੇਖਦੇ ਹਾਂ ਕਿ ਇਹ ਕਬੂਤਰ 15 ਪੂਰੇ ਜੇਠ ਹਾੜ ਦੇ ਵਿੱਚ, ਪੂਰੀ ਗਰਮੀਆਂ 'ਚ, ਪੂਰੀ ਹਨੇਰੀ ਤੂਫਾਨ ਦੇ ਵਿੱਚ ਘਰ ਆਉਂਦਾ, ਅਸੀਂ 5 ਪੁਆਇੰਟ ਲੈਂਦੇ ਹੀ ਲੈਂਦੇ ਹਾਂ। ਉਹ ਪੂਰੇ 5 ਪੁਆਇੰਟ ਨੇ, ਪੂਰੇ 5 ਪੁਆਇੰਟ ਨੇ, ਉਹ ਲੈਂਦੇ ਹੀ ਲੈਂਦੇ ਹਾਂ ਅਸੀਂ। ਸਹੀ। ਤੇ ਲੇਕਿਨ ਉਹ ਵੀ ਇੰਤਹਾ ਦਾ ਮੁਸ਼ਕਲ ਕੰਮ ਹੈ। ਬੰਦੇ ਕਹਿੰਦੇ ਹੋਣਗੇ ਜੀ ਇੰਜ ਨਹੀਂ ਬੇਟੇ, ਨਹੀਂ ਇਸ ਤਰ੍ਹਾਂ ਨਹੀਂ। ਉਹ ਲੈ ਕੇ ਤੇ ਅਸੀਂ 7 ਪੁਆਇੰਟ ਜਿਹੜੇ ਲਾਈਨ ਬਰੀਡ ਦੇ, ਇਹ 12 ਪੁਆਇੰਟ ਨੂੰ ਪੂਰੀਆਂ ਕਰਨਾ ਹੁੰਦਾ ਸੀ। ਉਹ ਕਬੂਤਰ ਫਿਰ 3-4 ਜੋੜੇ ਲੱਗਦੇ ਨੇ, ਤਾਂ ਅਸੀਂ ਇੰਜ ਇਸ਼ਾਰਾ ਕਰਦੇ ਹਾਂ, ਇੱਧਰ ਆ ਜਾਓ, ਇਹ ਜੇ ਤੁਹਾਡੇ ਚੈਂਪੀਅਨ, ਇਹ ਨੇ ਤੁਹਾਡੇ 22 ਲੱਖ ਤੇ 25 ਲੱਖ ਦੇ ਜੋੜਾ। ਜੋੜੇ ਦੀ ਗੱਲ ਕਰ ਰਿਹਾ, ਦੇਵੇਗਾ ਵੀ ਕੋਈ ਨਾ, ਉਹ ਦੇਣਗੇ ਕੋਈ ਨਹੀਂ, ਉਹ ਤੁਹਾਨੂੰ ਦੱਸ ਦੇਣਗੇ ਇਹ ਜੇ ਤੁਸੀਂ ਸਾਨੂੰ ਪੈਸੇ ਦਿੰਦੇ ਆ ਵਕਤ, ਉਹਦਾ ਬੱਚਾ ਤੁਸੀਂ ਨਾ 50,000 ਦਾ ਨਹੀਂ ਦਿਓਗੇ ਤਾਂ ਸਾਨੂੰ ਤੁਸੀਂ 30,000 ਨਹੀਂ ਦਿੰਦੇ। ਉਂਝ ਵੈਸੇ ਘਰ ਜੋੜੇ ਲਾਣ ਆਉਂਦੇ ਨੇ ਜਿਹੜੇ ਕਬੂਤਰ ਬੰਦੇ ਲੈ ਆਉਂਦੇ ਨਾ 50 ਤੱਕ 60 ਤੱਕ, ਅਸੀਂ ਉਹ 10,000 ਹੀ ਮੈਂ ਲੈਂਦਾ ਜਿਹੜੇ ਘਰ ਲੈ ਆਉਂਦੇ ਨੇ ਮੇਰੇ ਕੋਲ। ਜਿਹੜੇ ਉੱਥੇ ਜਾਈਦੇ ਨੇ ਬੇਟੇ 30,000 ਲਈਦਾ, ਤੇ 30,000 ਸਾਨੂੰ ਇੱਕ ਬੱਚਾ ਛੋਟੇ ਦਾ, ਉਹਦਾ ਨਹੀਂ ਕਿ ਤੁਹਾਡੇ ਜੋੜੇ ਇੰਨੇ ਲਾਏ ਨੇ, ਇੰਨੇ ਕਬੂਤਰ ਕੱਢੇ ਨੇ, ਇੱਕ ਬੱਚਾ ਤੁਹਾਡਾ 25-30,000 ਰੁਪਏ ਦਾ, ਤਾਂ ਸਾਨੂੰ ਤੁਸੀਂ 25-30,000 ਨਹੀਂ ਦਿੰਦੇ, 30,000 ਲੈਂਦੇ, 25 ਤੇ ਲੈਂਦੇ ਨਹੀਂ ਹੁਣ, ਕਿਉਂਕਿ ਉਹਦੇ ਵਿੱਚ ਕਿਰਾਇਆ ਕਰੂਏ, ਉਹਦੇ ਵਿੱਚ ਜਾਣ ਹੁੰਦਾ ਸਾਡਾ। ਕਿਉਂਕਿ ਅਸੀਂ ਜਾਂਦੇ ਰਹਿੰਦੇ ਹਾਂ, ਇਸਲਾਮਾਬਾਦ ਕੀ, ਸਰਗੋਧੇ ਕੀ, ਸਿਆਲਕੋਟ, ਗੁਜਰਾਂਵਾਲਾ, ਵਜ਼ੀਰਾਬਾਦ, ਸਾਰੇ ਪਾਸੇ ਜਾਈਦਾ ਹੁੰਦਾ। ਲੇਕਿਨ ਘਰ ਜਿਹੜਾ ਹੈ ਨਾ, ਉਹ ਕਬੂਤਰ 50 ਲੈ ਕੇ ਆਏ ਨਾ, ਉਹਨਾਂ ਕੋਲ ਅਸੀਂ 10,000 ਹੀ ਲੈਂਦੇ, ਤੇ ਉਹਦੇ ਵਿੱਚ ਉਹਨਾਂ ਦੇ ਜੋੜੇ ਜਿਹੜੇ ਨੇ ਲੱਗ ਜਾਂਦੇ ਨੇ, ਐਸੇ ਲੱਗ ਜਾਂਦੇ ਨੇ ਕਿ ਜੋੜੇ ਉਹ ਕਹਿਣਗੇ, ਉਹ ਬੇਟੇ ਅਸੀਂ ਪੈਸੇ ਦੇਣ ਨੂੰ ਵਾਪਸ ਤਿਆਰ ਹਾਂ, ਤੇ ਤੁਸੀਂ ਵੀਡੀਓ ਤੇ ਗੱਲ ਕਰ ਦਿਓ, ਵੀਡੀਓ ਬਣਾ ਕੇ ਭੇਜ ਦਿਓ ਜੀ, ਬਾਬਾ ਪੈਸੇ ਨਹੀਂ ਦੇ ਰਿਹਾ, ਉਹ ਪੈਸੇ ਕਿਉਂਕਿ ਜੋੜੇ ਉੱਡਣੇ ਨਹੀਂ, ਲੇਕਿਨ ਕਿਸੇ ਅੱਗੇ ਫਰਾਡ ਕਰਨਾ ਨਾ, ਤੇ ਉਹ ਜੋੜਾ ਅਸੀਂ ਲੈ ਲੈਣਾ, ਉਹਦੀ ਕੀਮਤ ਦੇ ਦਿਆਂਗੇ ਨਾ ਤੁਹਾਨੂੰ, ਉਹ ਬੇਕਾਰ ਜੋ ਹੈ ਜੋੜਾ ਤੁਹਾਡਾ, ਤੇ ਉਹ ਅਸੀਂ ਲੈ ਲਾਂਗੇ ਤੁਹਾਡੇ ਕੋਲ 500 ਦਾ, 1000 ਦਾ ਜੋ ਕਬੂਤਰ, ਯਾਨੀ ਕਿ ਜੋੜਾ 2000 ਦਾ ਲੈ ਲਿਆ ਜਿਹੜਾ ਉਹ, ਕਿਉਂਕਿ ਤੁਸੀਂ ਜੋ ਇੰਜ ਕਹਿਣਾ ਜੀ ਜੇ ਉੱਡਿਆ ਨਹੀਂ ਤੇ ਉਸ ਤੇ ਸਾਨੂੰ ਦੇ ਦਿਓ ਨਾ, ਤੁਸੀਂ ਸੋਚਣਾ ਹੈ ਨਾ, ਉਹ ਆਪਣੇ ਪੈਸੇ ਵੀ ਲੈ ਜਾਓ, ਜਿਹੜੇ ਜੋੜੇ ਲਵਾਈਦੇ ਨੇ, ਤੇ ਉਹ ਵੀ ਲੈ ਜਾਓ। ਇਹ ਗੱਲ ਨਹੀਂ ਹੈ ਬੇਟੇ, ਇਸ ਤਰ੍ਹਾਂ ਹੀ ਹੈ, ਇਹ ਪੁਆਇੰਟ ਨੇ। ਤੇ ਬੇਟੇ ਬੜੀ ਦੁਨੀਆ ਨੇ ਸਾਨੂੰ ਫੋਨ ਕੀਤਾ ਹੈ, ਬੜੀ ਦੁਨੀਆ ਨੇ, ਹੁਣ ਬੜੀ ਦੁਨੀਆ ਨੇ ਕਿਹਾ ਹੈ, ਕਸੇ ਜੀ 4-5 ਉਸਤਾਦਾਂ ਕੋਲ ਪੁੱਛਿਆ, ਸਾਨੂੰ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਕਿ ਇਹ ਦੱਸੋ ਕਿ ਇੱਕ ਪੁਆਇੰਟ ਉੱਤੇ ਮਾਦੀ ਕਿਸਾਂ ਤੁਸੀਂ ਦੱਸਦੇ ਪਏ ਹੋ, ਤੇ ਜ਼ਮੀਨ ਜਿਹੜੀ ਜ਼ਰਖੇਜ਼ ਹੈ ਨਾ, ਉਹ ਸਾਨੂੰ ਦੱਸੋ, ਜ਼ਰਖੇਜ਼ ਜ਼ਮੀਨ, ਜ਼ਰਖੇਜ਼। ਬਿਲਕੁਲ ਜੀ, ਬਿਲਕੁਲ। ਉਹ ਜ਼ਰਖੇਜ਼ ਉਹੀ ਹੁੰਦੀ ਕਿ ਮਾਦੀ ਦਾ ਪੁਆਇੰਟ ਨਰ ਤੋਂ ਉੱਤੇ ਹੋਵੇ ਇੱਕ। ਬਿਲਕੁਲ। ਇਹ ਸਾਰੀਆਂ ਗੱਲਾਂ ਹੀ ਕਰ ਸਕਦੇ ਤੁਸੀਂ। ਇਹ ਬੇਟੇ ਮੈਂ ਫਿਰ ਤੁਹਾਨੂੰ ਕਹਿ ਰਿਹਾ, ਮੈਂ ਤੰਜ਼ੀਆ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਸੱਚ ਕਹਿ ਰਿਹਾ, ਮੈਨੂੰ ਪਤਾ ਹੈ ਇਸ ਗੱਲ ਦਾ, ਇਹ ਵੀ ਮਨ ਇਲਮ ਹੈ, ਇਹ ਮਨ ਇਲਮ ਹੈ ਬੇਟੇ, ਇਹ ਮਨ ਪਤਾ ਹੈ, ਮੈਂ ਜ਼ਿੰਦਗੀ ਗੁਜ਼ਾਰੀ ਸਾਰਿਆਂ ਦੇ ਵਿੱਚ, ਬੜੇ ਉਸਤਾਦਾਂ ਦੇ ਜੋੜੇ ਲਾਏ, ਬੜੀ ਗੱਲਬਾਤ ਕੀਤੀ ਨਾ ਬੇਟੇ, ਉਹਦਾ ਇਲਮ ਕੋਈ ਨਹੀਂ, ਤੋਂ ਉਹਦਾ ਪੁਆਇੰਟ ਇੱਕ ਮਾਦੀ ਦਾ ਪੁਆਇੰਟ ਉੱਪਰ ਦਾ ਇਲਮ ਕੋਈ ਨਹੀਂ ਹੈ। ਉਹ ਮੇਰੇ ਬੇਟੇ ਨਮਾਨ ਖਾਨ ਕੋਲ ਜਾਂ ਮੇਰੇ ਕੋਲ ਜਾਂ
ਇੰਡੀਆ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ। ਇਹ ਮੇਰੇ ਸ਼ਾਗਿਰਦ ਨੇ, ਇਹਨਾਂ ਨੂੰ ਬੇਟੇ ਸਾਫ਼ ਗੱਲ ਦੇ, ਅੱਲਾ ਸੁਣ ਰਿਹਾ ਹੈ, ਮੇਰਾ ਅੱਲਾ ਜਿਹਦੇ को मैं जाना है, ਅੱਲਾ। ਇਹ ਬੇਟੇ ਇਹ ਵੇ ਅੱਲਾ ਜੋ ਕਹਿ ਦੇ ਨਾ ਹੋ ਕੇ ਰਹਿੰਦਾ ਬੇਟੇ। हाँ बिल्कुल जी बिल्कुल। ਅੱਲਾਹ ਤਾਲਾ, ਕਈ ਬੰਦੇ ਬੜੇ ਬੜੇ ਬਹਿਸ ਕਰਦੇ ਨੇ ਕਿ ਜੀ ਉਸ ਨੂੰ ਕਾਫਰ ਨਾ ਕਹੋ, ਉਸ ਨੂੰ ਕਾਫਰ ਨਾ ਕਹੋ। ਮੇਰੇ ਅੱਲਾ ਨੇ ਜਿਨ ਕਾਫਰ ਕਹਿ ਦਿੱਤਾ ਨਾ ਬੇਟੇ, ਉਹਨਾਂ ਅਸੀਂ ਕਾਫਰ ਕਹਿਣਾ ਹੈ। ਅੱਲਾ ਨੇ ਕਿਹਾ ਹੈ ਆਪਣੇ ਕਾਨੂੰਨ ਦੇ ਮੁਤਾਬਕ कि मेरे कानून तो अलावा जिसने कानून रखा कुरान, वो क्यामत दे रोज, मेरा अल्लाह कह रहा, मैं नहीं कह रहा, जेड़ा अल्लाह ने कहना मैं कहना ही कहना है। अल्लाह कहना मेरे कानून तो अलावा जिसने कानून रखा क्यामत दे रोज काफरां च उठेगा, काफरां च उठेगा, यानी कि काफर हो जाएगा। अल्लाह ताला कहने मैं ना काफर ना कलाम करांगा ना वेखांगा, तो मैं अपने अंबले नूं कहांगा इन्हां सारे काफरां नूं अरबां दे हिसाब दोज़ख च सुट दिओ। ਉਹਨਾਂ 'ਚ ਇੰਨੀ ਦਾੜੀਆਂ ਵਾਲੇ ਮਰਾਬ ਵਾਲੇ ਹੋਣਗੇ, ਉਹ ਮੁਸਲਮਾਨ ਹੋਣਗੇ। ਅੱਲਾਹ ਤਾਲਾ ਨੇ ਉਹਨਾਂ ਨੂੰ ਕਾਫਰ ਕਰ ਦਿੱਤਾ। ਅੱਲਾਹ ਤਾਲਾ ਨੇ ਅਗਰ ਉਹਨਾਂ ਨੂੰ ਕਾਫਰ ਕਹਿ ਦਿੱਤਾ ਤਾਂ ਅਸੀਂ ਕਾਫਰ ਕਹਿਣਾ ਹੀ ਕਹਿਣਾ, ਅਸੀਂ ਕਾਫਰ ਹੀ ਕਰਨਾ। ਇਸ ਤਰ੍ਹਾਂ ਕਿ ਇੱਕ ਇੰਨਾ ਬੇਟੇ, ਇੱਕ ਬੰਦੇ ਨੂੰ ਮੈਂ ਕਹਿੰਦਾ ਯਾਰ ਤੂੰ ਲੈ ਲੈ 50 ਕਰੋੜ ਰੁਪਏ, ਤੂੰ ਕਾਫਰ ਹੋ ਜਾ, ਨਹੀਂ ਹੁੰਦਾ। ਤੇ ਮੈਂ ਇੱਕ ਬੰਦੇ ਨਾਲ ਗੱਲ ਕਰ ਰਿਹਾ ਜੀ, ਇੱਕ ਕੁਰਾਨ ਦਾ ਕਾਨੂੰਨ ਲੈ ਕੇ ਆਓ, ਕੁਰਾਨ ਦਾ ਕਾਨੂੰਨ ਮੇਰਾ ਅੱਲਾਹ ਕਹਿ ਰਿਹਾ, ਉਹਦੇ ਮੁਤਲਕ ਮੈਂ ਦੱਸ ਰਿਹਾ, ਬੜੀਆਂ ਗੱਲਾਂ ਨੇ ਵੀਡੀਓ 'ਚ ਆ ਨਹੀਂ ਸਕਦੀਆਂ, ਤੇ ਇੰਨੀ ਮਨ ਇਜਾਜ਼ਤ ਹੀ ਨਹੀਂ ਕਿ ਵੀਡੀਓ ਇੰਨੀ ਲੰਬੀ ਕਰਨ ਦੀ। ਉਹ ਅਗਰ ਮੈਂ ਕੁਰਾਨ ਦੀ ਗੱਲਾਂ ਕਰ ਰਿਹਾ ਤੇ ਇੱਕ ਬੰਦੇ ਨਾਲ ਕਰ ਰਿਹਾ, ਦੂਸਰਾ ਬੰਦਾ ਕਹਿੰਦਾ ਦਿਲ 'ਚ ਬੇਟੇ ਦਿਲਾਂ ਦੇ ਭੇਤ अल्लाह ਤੇ जान। ਸੋਚ, ਇਨਸਾਨ ਦੀ ਸੋਚ ਅੱਲਾਹ ਕੋਲ ਹੈ। ਉਹ ਦਿਲ 'ਚ ਕਹਿੰਦਾ ਯਾਰ ਇਹ ਬੁੱਢਾ ਬਾਬਾ ਜਿਹੜਾ ਹੈ ਐਵੇਂ ਟਾਈਮ ਹੀ ਜ਼ਾਇਆ ਕਰਦਾ ਰਹਿੰਦਾ ਹੈ, ਤੇ ਬੁੱਢਾ ਇਹਦੇ 'ਚ ਮੈਂ ਥੋੜੀ ਜਿਹੀ ਗੱਲ ਕਰ ਦਿੰਦਾ ਆਪਣੇ, ਕਿ ਬੁੱਢਾ ਬਾਬਾ ਐਵੇਂ ਗੱਲ ਹੀ ਕਰਦਾ ਰਹਿੰਦਾ, ਜੋੜਾ ਲਾਣਾ ਤੇ ਹੁੰਦਾ ਨਹੀਂ, ਐਵੇਂ ਪੁਆਇੰਟ ਵੀ ਨਹੀਂ ਆਉਂਦੇ ਤੇ ਗੱਲ ਬਿਨਾਂ ਬੇਟੇ। ਇਹ ਤੇ ਅੱਲਾਹ ਤਾਲਾ ਦੀ ਦੇਣ ਹੈ। ਮੈਂ ਅੱਲਾਹ ਦੀ ਗੱਲ ਕਰ ਰਿਹਾ ਤੇ ਅੱਲਾਹ ਨੂੰ ਪਤਾ ਹੈ ਇਹ ਕੁਰਾਨ ਦੀ ਗੱਲ ਕਰ ਰਿਹਾ, ਮੇਰੇ ਕਾਨੂੰਨ ਦੀ ਗੱਲ ਕਰ ਰਿਹਾ, ਤੇ ਇਹ ਝੂਠ ਨਹੀਂ ਬੋਲ ਰਿਹਾ, ਅੱਲਾਹ ਨੇ ਮੈਨੂੰ ਦਿੱਤਾ ਹੈ। ਉਹ ਬੰਦਾ ਜਿਹੜਾ ਦਿਲ 'ਚ ਸੋਚ ਰਿਹਾ ਨਾ ਕਿ ਕੁਰਾਨ ਦਾ ਕਾਨੂੰਨ ਜਿਹੜਾ ਨਾ ਲੈ ਕੇ ਆਇਆ, ਉਹ ਕਾਫਰਾਂ 'ਚ ਉੱਠੇਗਾ, ਤੇ ਉਹ ਕਹਿ ਰਿਹਾ ਯਾਰ ਬੁੱਢਾ ਜਿਹੜਾ ਦਿਲ 'ਚ ਸਾਡਾ ਟਾਈਮ ਜ਼ਾਇਆ ਕਰ ਰਿਹਾ, ਕੀ ਬਾਬੇ ਨੇ ਰਫੜ ਪਾਇਆ ਹੈ। ਬੇਟੇ ਅੱਲਾਹ ਤਾਲਾ ਕਹਿੰਦਾ ਜਾ ਤੂੰ ਵੀ ਕਾਫਰਾਂ 'ਚ ਉੱਠੇਗਾ, ਉੱਥੇ ਹੀ ਕਾਫਰ ਹੋ ਜਾਏਗਾ। ਹਾਲਾਂਕਿ 50 ਕਰੋੜ ਲੈ ਕੇ ਕਾਫਰ ਨਹੀਂ ਹੁੰਦਾ, ਉਹਦੀ ਸੋਚ ਜਿਹੜੀ ਹੈ ਨਾ, ਇੰਨੇ ਸੋਚੇਗਾ ਤਾਂ ਕਾਫਰ ਹੋ ਜਾਏਗਾ ਬੇਟੇ। ਅੱਲਾਹ ਨੇ ਵਾਅਦਾ ਕੀਤਾ ਹੈ ਸ਼ੈਤਾਨ ਜਾਂ ਤੇਰੇ ਕਿਆਮਤ ਤੋਂ ਰੋਜ਼ ਤੱਕ ਮੈਂ ਨਹੀਂ ਤੈਨੂੰ ਮਾਰਾਂਗਾ, ਜਾਂ ਤੈਨੂੰ ਮੈਂ ਤੇਰੇ ਬੰਦੇ ਤੇਰੇ ਨਾਲ ਮੇਰੇ ਨਾਲ, ਉਹ ਵਾਅਦਾ ਚੱਲ ਰਿਹਾ ਬੇਟੇ। ਦੁਨੀਆ ਕਿਸ ਤਰ੍ਹਾਂ ਪਹੁੰਚ ਗਈ ਹੈ। ਇਹ ਮੋਬਾਈਲ ਜਿਹੜਾ ਤੁਹਾਡੇ ਹੱਥ ਵਿੱਚ ਹੈ, ਇਹਦੇ 'ਚ ਜ਼ਨਾ ਆ ਗਿਆ ਘਰ ਘਰ। हाँ बिल्कुल आ गया। ਅੱਲਾਹ ਹਾਲਾਂਕਿ ਸ਼ੈਤਾਨ ਨੂੰ ਮਾਰ ਸਕਦੇ ਨੇ, ਸਭ ਕੁਝ ਕਰ ਸਕਦੇ ਨਹੀਂ, ਉਹ ਵਾਅਦਾ ਹੈ, ਇਹ ਗੱਲਾਂ ਦਾ ਵੀ ਵਾਅਦਾ ਹੈ। ਉਹਨਾਂ ਦੀ ਸੋਚ ਦਿਲ 'ਚ ਸੋਚ ਰਿਹਾ, ਦਿਮਾਗ ਨਾਲ ਸੋਚ ਰਿਹਾ। ਅੱਲਾਹ ਤਾਲਾ ਕਹਿੰਦਾ ਜਾ ਤੂੰ ਕਾਫਰਾਂ 'ਚ ਉੱਠੇਗਾ। ਜੇ ਉਹ ਅੱਲਾਹ ਤਾਲਾ ਉਹਨੂੰ ਕਾਫਰ ਕਹਿੰਦੇ ਨੇ, ਉਹ ਕਾਫਰ ਹੋ ਗਏ ਨਾ, ਕਾਫਰ ਸਾਰੀ ਜ਼ਿੰਦਗੀ 'ਚ ਦੋਜ਼ਖ 'ਚ ਕਾਫਰ ਨੇ ਨਿਕਲਣਾ ਨਹੀਂ, ਉਹ ਤੇ ਕਾਫਰ ਹੋ ਗਿਆ, ਤੇ ਅਸੀਂ ਹੁਣ ਕਾਫਰ ਹੀ ਕਹਿਣਾ ਹੈ ਨਾ। ਅੱਲਾਹ ਨੇ ਕਹਿਤਾ ਅਸੀਂ ਕਾਫਰ ਹੀ ਕਹਿਣਾ, ਤੁਸੀਂ ਕਿਉਂ ਇੰਨੀ ਬਹਿਸ ਕਰਦੇ ਹੋ? ਤੇ ਕੁਰਾਨ ਤੇ ਹਦੀਸ ਦੇ ਵਿੱਚ ਪੁੱਛ ਲਓ। ਹਰ ਖੁਤਬੇ ਦੇ ਵਿੱਚ ਬੇਟੇ, ਜਦੋਂ ਤੱਕ ਕੁਰਾਨ ਦਾ ਕਾਨੂੰਨ ਹੀ ਲੈ, ਕੁਰਾਨ ਦੀ ਗਹਿਰਾਈ ਇੰਨੀ ਹੈ ਬੇਟੇ, ਕੁਰਾਨ ਦੀ ਇਸ ਕਾਨੂੰਨ ਦੀ, ਪੂਰੀ ਦੁਨੀਆ ਦੀ ਦਰਖਤਾਂ ਦੀ ਕਲਮਾਂ ਬਣਾ ਲਓ, ਪੂਰੀ ਦੁਨੀਆ ਦੇ ਸਮੁੰਦਰਾਂ ਦੀ ਸਿਆਹੀ ਬਣਾ ਲਓ, ਦਰਿਆਵਾਂ ਦੀ ਸਿਆਹੀ ਬਣਾ ਲਓ, ਕਲਮਾਂ ਟੁੱਟ ਜਾਣਗੀਆਂ, ਸਿਆਹੀ ਖਤਮ ਹੋ ਜਾਏਗੀ। ਅੱਲਾਹ ਦੇ ਕਾਨੂੰਨ ਤੇ ਅੱਲਾਹ ਦੀ ਤਾਰੀਫ ਖਤਮ ਨਹੀਂ ਹੋਏਗੀ। बिल्कुल बिल्कुल जी, ਅੱਲਾਹ ਦੇ ਕਾਨੂੰਨ ਦੀ ਗਹਿਰਾਈ ਤੇ ਅੱਲਾਹ ਦੀ ਤਾਰੀਫ ਇਹ ਖਤਮ ਨਹੀਂ ਹੋਏਗੀ ਬੇਟੇ। ਇਹ ਕੌਣ ਕਹਿ ਰਿਹਾ ਹੈ? ਇਹ ਮੇਰਾ ਅੱਲਾਹ ਹੀ ਕਹਿ ਰਿਹਾ ਹੈ। ਜੋ ਅੱਲਾਹ ਕਹੇਗਾ ਅਸੀਂ ਕਹਿਣਾ ਹੀ ਕਹਿਣਾ ਹੈ। ਇਹ ਦੁਨੀਆ ਦੀ ਅਸੀਂ ਗੱਲ ਨਹੀਂ ਸੁਣਨੀ, ਅਸੀਂ ਅੱਲਾਹ ਤੇ ਅੱਲਾਹ ਦੇ ਨਬੀ ਦੀ ਗੱਲ ਸੁਣਨੀ। हाँ बिल्कुल बिल्कुल। ਜੋ ਮੇਰੇ ਨਬੀ ਨੇ ਹਦੀਸ ਕਹਿਤਾ ਅਸੀਂ ਕਹਿਣਾ ਹੈ। ਜੋ ਮੇਰੇ ਅੱਲਾਹ ਨੇ ਵੀ ਨਬੀ ਨੂੰ ਕੋ ਕਿਹਾ ਤੇ ਹਦੀਸ ਬਣੀ ਨਾ। ਹਜ਼ੂਰ ਵੀ ਆਪਣੇ ਕੋ ਗੱਲ ਨਹੀਂ ਕਰ ਸਕਦੇ ਜਿਸ ਤੇ ਵਹੀ ਨਾ, ਜੇ तो गलबात नहीं, जब हर चीज जी ना अल्लाह ने कहा आखिरी नबी हो तो मेरा पैगाम दे दो। हाँ बिल्कुल जी बिल्कुल। इस तरह ही बेटे किसी कबूतर बनाए ने इन्होंने नज़ारे लेंदे हैं। कबूतर बात तो यार अज मैं ना जोड़े का वेखो बच्चा की करता जेठ ये मुकाबले ने बड़ा लुत्फ लैंदे ने। आ रहा वो शाम को हनेरे बह रहा, खुशी दी तां नहीं, मिठाइयां खवाइयां जा रही। अल्लाह ताला ने भी अपने कबूतर बनाए ने सन, अल्लाह ताला ने भी मजा लेना। हज़रत इब्राहीम अलैहिस्सलाम दी छुरी 100 साल तो औलाद नहीं हुई, इब्राहीम नूं अग च सुट्टण दी। अयूब अलैहिस्सलाम
ਅਯੂਬ अलैहिस्सलाम ਬਿਮਾਰੀ ਦੀ ਹਾਲਤ ਵਿੱਚ ਹਜ਼ਾਰਾਂ ਯਾਨੀ ਕਿ ਭੇਡਾਂ ਤੇ ਬੱਕਰੀਆਂ ਨੇ ਉਹਨਾਂ ਦੀ ਖਤਮ ਹੋ ਗਈਆਂ, 5-6 ਬੀਵੀਆਂ ਛੱਡ ਗਈਆਂ। ਅਯੂਬ अलैहिस्सलाम ਬਿਮਾਰੀ ਇੰਨੀ ਆਈ, ਇਮਤਿਹਾਨ ਬੈਠੇ ਲੁਤਫ ਲੈਣਾ ਹੈ ਕਿ ਮੇਰਾ ਬੰਦਾ ਕਰਦਾ ਕੀ ਹੈ, ਮੇਰਾ ਕਬੂਤਰ ਜੋੜਾ ਕਰਦਾ ਕੀ ਹੈ, ਸਾਡੇ ਜੋੜੇ ਬਣਾਏ ਨੇ। ਅਸੀਂ ਇੱਥੋਂ ਮਜ਼ਾ ਲੈਂਦੇ ਹਾਂ, ਅੱਲਾਹ ਤਾਲਾ ਨੇ ਦੁਨੀਆ ਬਣਾ ਕੇ ਆਦਮ ਨੂੰ ਬਣਾ ਕੇ ਤੇ ਇਹ ਮਜ਼ੇ ਲੈ ਰਹੇ ਨੇ। ਯੂਸੁਫ अलैहिस्सलाम ਜੇਲ੍ਹ ਵਿੱਚ, ਅਗਰ ਯੂਨਸ अलैहिस्सलाम ਮੱਛੀ 'ਚ, ਇਬਰਾਹੀਮ ਦਾ ਵਾਕਿਆ ਵੇਖ ਲਓ, ਥੱਲੇ ਬੱਕਰਾ ਸੁੱਟਤਾ, ਉਹ ਹੋਇਆ ਨਾ, हाँ बिल्कुल। ਲੁਤਫ ਹੀ ਲਿਆ ਨਾ, ਦੇਖ ਮੇਰੇ ਆਦਮ ਨੂੰ, ਦੇਖ ਮੇਰੇ ਆਦਮ ਨੂੰ। ਇਹ ਬੜੀਆਂ ਕੜੀਆਂ ਨੇ ਬੇਟੇ, ਬੜੀ ਲੰਮੀ ਬਹਿਸ ਹੈ, ਜੋ ਕਰਨਾ ਚਾਹੇ ਤੇ ਮੇਰੇ ਕੋਲ ਆ ਜੇ, ਜਿਸਨੇ ਇਸ ਕਾਨੂੰਨ ਤੇ ਗੱਲਬਾਤ ਕਰਨੀ ਤੇ ਮੇਰੇ ਕੋਲ ਆ ਜਾਓ ਤੁਸੀਂ। ਤੇ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਹਦੀਸ ਤੇ ਕੁਰਾਨ ਦੇ ਵਿੱਚ ਨੇ, हाँ बिल्कुल। ਇਸ ਤਰ੍ਹਾਂ ਹੀ ਹੈ ਬੇਟੇ। ਬੰਦਿਆਂ ਨੇ ਤੁਸੀਂ ਗਲਤ ਕੀ ਕਿਹਾ, ਬੜੇ ਬੰਦਿਆਂ ਨੇ ਮਨ ਕਿਹਾ ਕਿ ਬਸ ਜੋੜੇ ਇੰਜ ਲਾਏ ਹੋ ਜਾਂਦਾ, ਬੇਟੇ ਲੱਗ ਜਾਂਦੇ ਨੇ। ਇਸ ਤਰ੍ਹਾਂ ਨਹੀਂ ਹੈ, ਜਿਹਨਾਂ ਨਹੀਂ ਪਤਾ ਨਾ, ਜਿਹੜੇ 5% ਫੇਲ ਹੋ ਜਾਂਦੇ, ਦਿਮਾਗ ਹੈ ਕੁੰਡ ਦਿਮਾਗ ਹੈ, ਤੇ ਉਹਨਾਂ ਤੇ ਗੱਲ ਕਰਨੀ ਤੇ ਉਹਨਾਂ ਪਤਾ ਵੀ ਹੈ ਕਿ ਅਸੀਂ ਗੱਲ ਪੁੱਛ ਕੇ ਨਾ ਬਾਬੇ ਨੂੰ ਫੋਨ ਨਹੀਂ ਕਰਨਾ, ਬਾਬੇ ਜੀ ਭਰਾਵੋ ਤੁਹਾਨੂੰ ਕੋ ਪੈਸਾ ਆਂਦਾ ਜਾਂ ਨਹੀਂ ਆਂਦਾ, ਤੁਹਾਨੂੰ ਕੋ ਰੋਟੀ ਮਿਲਦੀ ਕਿ ਨਹੀਂ, ਤੁਹਾਡੇ ਬੱਚਿਆਂ ਦਾ ਜੋ ਕੁਝ ਵੀ ਹੈ ਨਾ, ਸਾਨੇ ਦਾ ਨਾ ਗਰਜ਼ ਨਹੀਂ, ਸਾਨੂੰ ਪੁਆਇੰਟ ਨਾ ਗਰਜ਼ ਹੈ, हाँ बिल्कुल। ਸਾਨੂੰ ਪੁਆਇੰਟ ਦਿਓ ਤੇ ਅਸੀਂ ਨੁਕਰੇ ਲੱਗੀਏ। हाँ ਤੇ ਤੁਸੀਂ ਉਸਤਾਦਾਂ ਕੋਲ ਪੁੱਛ ਲਓ ਨਾ, ਬੜੇ ਬੜੇ ਉਸਤਾਦਾਂ ਕੋਲ ਦੱਸਣ। अच्छा दोस्तों, आपने बाबा जुल्फी साहब की गुफ्तगू सुनी और बाबा जुल्फी साहब ने बताया भी है आपको, और उनका नंबर भी मैं स्क्रीन पे चला दूंगा। और अगर किसी भाई का और भी कोई सवाल हो तो वो डायरेक्टली बाबा जुल्फी साहब से बातचीत कर सकते हैं। और किसी ने जोड़ा कबूतर लेना हो तो वो भी बाबा जी से परचेज़ कर सकते हैं। जोड़े लगवाने हो तब भी बाबा जी के साथ रब्ता कर सकते हैं। इसी के साथ अपने भाई जमील को इजाज़त दीजिए, मिलते हैं आपको नेक्स्ट वीडियो में, तब तक के लिए अल्लाह हाफिज़।